ਨਮਸਕਾਰ। ਦੂਰਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਪ੍ਰੋਗਰਾਮ ਇੱਕ ਮੁਲਾਕਾਤ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਕਹਿੰਦੇ ਨੇ ਸਵਸਥ ਸਰੀਰ ਮਤਲਬ ਸਵਸਥ ਤੇ ਖੁਸ਼ਹਾਲ ਜ਼ਿੰਦਗੀ। ਬਦਲਦੇ ਵਕਤ ਦੇ ਨਾਲ ਅਗਰ ਸਭ ਤੋਂ ਜ਼ਿਆਦਾ ਕੁਝ ਬਦਲਿਆ ਉਹ ਹੈ ਸਰੀਰ ਨੂੰ ਲੈ ਕੇ ਸਾਡੀ ਜਾਣਕਾਰੀ, ਸਰੀਰ ਨੂੰ ਲੈ ਕੇ ਸਾਡਾ ਜਿਹੜਾ ਤਰੀਕਾ ਹੈ ਉਹ ਬਹੁਤ ਬਦਲ ਗਿਆ ਹੈਗਾ। ਹੁਣ ਜੇ ਅਸੀਂ ਆਹਾਰ ਤੇ ਕਸਰਤ ਵੀ ਕਰ ਰਹੇ ਹਾਂ ਉਹ ਬਿਨਾਂ ਨੌਲੇਜ, ਬਿਨਾਂ ਗਿਆਨ ਤੋਂ ਤੇ ਬਿਨਾਂ ਜਾਣਕਾਰੀ ਤੋਂ ਕਰ ਰਹੇ ਹਾਂ, ਜਿਸ ਦਾ ਸਰੀਰ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੈ। ਕਹਿੰਦੇ ਨੇ ਅਗਰ ਸਹੀ ਜਾਣਕਾਰੀ ਤੇ ਸਹੀ ਫਾਇਦੇ ਨਾਲ ਕਿਸੇ ਚੀਜ਼ ਨੂੰ ਕੀਤਾ ਜਾਵੇ ਤਾਂ ਹੀ ਉਹ ਸਹੀ ਤਰੀਕੇ ਦੇ ਨਾਲ ਪੁੱਕ ਕੇ ਸਾਹਮਣੇ ਆਉਂਦੀ ਹੈ। ਅੱਜ ਸਰੀਰ ਤੇ ਕਸਰਤ ਦੇ ਨਾਲ ਜੁੜੇ ਉਸਦੇ ਆਹਾਰ ਦੀ ਪੂਰੀ ਜਾਣਕਾਰੀ ਲੈ ਕੇ ਸਟੂਡੀਓ ਦੇ ਵਿੱਚ ਸਾਡੇ ਨਾਲ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਾਡੇ ਨਾਲ ਜੁੜਿਆ। ਮੈਂ ਸਟੂਡੀਓ ਦੇ ਵਿੱਚ ਨਿੱਘਾ ਸਵਾਗਤ ਕਰਦਾ ਰਮਾਕਾਂਤ ਜੀ ਦਾ, ਜਿਹੜੇ ਕਿ ਮਿਸਟਰ ਇੰਡੀਆ, ਮਿਸਟਰ ਨਾਰਥ ਇੰਡੀਆ, ਮਿਸਟਰ ਚੰਡੀਗੜ੍ਹ ਤੇ ਮਿਸਟਰ ਵਰਲਡ ਮਾਨੀਆ ਵੀ ਰਹਿ ਚੁੱਕੇ ਨੇ। ਰਮਾਕਾਂਤ ਜੀ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਮਾਕਾਂਤ ਜੀ, ਸਭ ਤੋਂ ਪਹਿਲਾਂ ਮੈਂ ਜਿਹੜੀ ਇੰਟਰਵਿਊ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਤੁਹਾਡੀ ਉਮਰ 58 ਸਾਲ ਹੈ ਤੇ ਤੁਸੀਂ ਲੱਗਦੇ ਬਿਲਕੁਲ ਨਹੀਂ ਹੋ। ਇਸ ਉਮਰ ਦੀ ਜਿਹੜਾ ਛੁਪਾ ਦਾ ਕਾਰਨ ਹੈ ਕੀ ਹੈ? ਇਹ ਸਾਰਾ ਕ੍ਰੈਡਿਟ ਬੋਡੀ ਬਿਲਡਿੰਗ ਨੂੰ ਹੀ ਜਾਂਦਾ ਜੀ। ਪਹਿਲਾਂ ਮੈਂ ਬੋਡੀ ਬਿਲਡਿੰਗ ਕੰਪੀਟ ਕਰਦਾ ਰਿਹਾ ਤੇ ਹੁਣ ਮੈਂ ਫਿਟਨੈਸ ਜੀ। ਤੇ ਹੁਣ ਵੀ ਮੈਂ ਡੇਲੀ ਇੱਕ ਨਹੀਂ ਤਾਂ ਦੋ ਵਾਰੀ ਦਿਨ 'ਚ ਟ੍ਰੇਨਿੰਗ ਕਰਦਾ ਹੀ ਕਰਦਾ ਜੀ। ਜੀ, ਤੁਸੀਂ ਕਿਹਾ ਕਿ ਆ ਸਾਰਾ ਕ੍ਰੈਡਿਟ ਬੋਡੀ ਬਿਲਡਿੰਗ ਨੂੰ ਚਾਹੁੰਦਾ ਹੈ ਤੇ ਕਿਸ ਤਰ੍ਹਾਂ ਬੋਡੀ ਬਿਲਡਿੰਗ ਦੇ ਨਾਲ ਜੁੜਾਵ ਹੋਇਆ, ਕਿਸ ਤਰ੍ਹਾਂ ਬੋਡੀ ਬਿਲਡਿੰਗ ਨੂੰ ਲੈ ਕੇ ਦਿਲਚਸਪੀ ਪੈਦਾ ਹੋਈ, ਮਤਲਬ ਇਹ ਸਫ਼ਰ ਜਿਹੜਾ ਸੀਗਾ ਉਹ ਸ਼ੁਰੂ ਕਿਸ ਤਰ੍ਹਾਂ ਹੋਇਆ? ਜੀ, ਮੇਰਾ ਇਹ ਮੰਨਣਾ ਹੈ ਕਿ ਪਰਮਾਤਮਾ ਨੇ ਨਾ ਹਰੇਕ ਬੰਦੇ ਨੂੰ ਕੁਝ ਬਣਾਇਆ, ਕੁਝ ਕਰਨ ਵਾਸਤੇ ਉਹਦਾ ਪਹਿਲਾਂ ਹੀ ਲਾਈਨ ਸੈੱਟ ਹੁੰਦੀ ਹੈ ਜੀ। ਜੇ ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਨੂੰ ਛੋਟੇ ਹੁੰਦੇ ਤੋਂ ਹੀ ਨਾ ਜੀ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਮੇਰਾ ਇੰਟਰਸਟ ਨਾ ਸ਼ੁਰੂ ਤੋਂ ਜਿਹੜੀਆਂ ਵੀ ਸਟਰੈਂਥ ਵਾਲੀਆਂ ਗੇਮਸ ਆ, ਜਿਵੇਂ ਪਾਵਰ ਲਿਫਟਰ ਹੋ ਗਈ, ਵੇਟ ਲਿਫਟਿੰਗ ਹੋ ਗਈ, ਬੋਡੀ ਬਿਲਡਿੰਗ ਜਾਂ ਰੈਸਲਿੰਗ, ਬਾਕਸਿੰਗ, ਇਹਨਾਂ 'ਚ ਮੇਰਾ ਬਹੁਤ ਰੁਝਾਨ ਸੀ। ਮੈਨੂੰ ਜੇ ਕਿਤੇ ਮੈਨੂੰ ਕੋਈ ਭਲਵਾਨ ਦਿਖ ਜਾਣਾ ਮੈਂ ਉਹਨੂੰ ਖੜੇ ਦੇਖ ਹੀ ਜਾਣਾ, ਇੰਨਾ ਇੰਪ੍ਰੈਸ ਹੋ ਜਾਣਾ। ਜੇ ਕਿਤੇ ਕੁਸ਼ਤੀ ਦੰਗਲ ਦੇਖਣ ਚਲੇ ਗਏ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਬੋਡੀ ਬਿਲਡਿੰਗ ਕਰਨੀ ਹੈ। ਅਸੀਂ ਯੂਨੀਵਰਸਿਟੀ ਕੈਂਪਸ 'ਚ ਰਹਿੰਦੇ ਸੀਗੇ, ਮੇਰੇ ਮਾਮਾ ਜੀ ਉੱਥੇ ਜੌਬ ਕਰਦੇ ਸੀ, ਅਸੀਂ ਉੱਥੇ ਯੂਨੀਵਰਸਿਟੀ ਕੈਂਪਸ 'ਚ ਰਹਿੰਦੇ ਸੀਗੇ ਤੇ ਨਾਲ ਹੀ ਸਾਡੇ ਉੱਥੇ ਸਵਿਮਿੰਗ ਪੂਲ ਸੀਗਾ ਤੇ ਮੈਂ ਸਵਿਮਿੰਗ ਜੁਆਇਨ ਕਰੀ ਅਰਾਊਂਡ 7ਵੀਂ 8ਵੀਂ 'ਚ ਸੀਗਾ ਸ਼ਾਇਦ ਮੈਂ ਉਦੋਂ। ਤੇ ਉਹਨਾਂ ਟਾਈਮਾਂ 'ਚ ਚੰਡੀਗੜ੍ਹ 'ਚ ਸ਼ਾਇਦ ਜਿਮ ਨਹੀਂ ਸੀਗੇ ਕੋਈ। ਅੱਛਾ। ਤੇ ਉੱਥੇ ਸਵਿਮਿੰਗ ਪੂਲ ਦੇ ਅੰਦਰ ਹੀ ਉੱਥੇ ਨਾ ਵੇਟ ਰੱਖੇ ਹੋਏ ਸੀਗੇ ਤੇ ਚੰਡੀਗੜ੍ਹ ਉਦੋਂ ਵੇਟ ਲਿਫਟਿੰਗ ਦੇ ਜਿਹੜੇ ਯੂਨੀਵਰਸਿਟੀ ਦੇ ਕੋਚ ਸੀਗੇ ਨਾਗਰਾ ਜੀ ਸੀਗੇ ਜੀ, ਤੇ ਉਹ ਉੱਥੇ ਆਉਂਦੇ ਸੀ ਤੇ ਹੋਰ 3-4 ਬਹੁਤ ਚੰਗੇ ਤਗੜੇ ਉਹਨਾਂ ਦੇ ਨਾਲ ਲੜਕੇ ਵੇਟ ਟ੍ਰੇਨਿੰਗ ਕਰਦੇ ਸੀ। ਤੇ ਮੈਂ ਤਾਂ ਬਸ ਜੀ, ਮੈਨੂੰ ਤਾਂ ਜਿਵੇਂ ਰੱਬ ਮਿਲ ਗਿਆ। ਮੈਂ ਸਵਿਮਿੰਗ ਘੱਟ ਕਰਨੀ, ਉਹਨਾਂ ਨੂੰ ਟ੍ਰੇਨਿੰਗ ਕਰਦੇ ਵੇਟਸ ਨੂੰ ਉਹ ਜ਼ਰੂਰ ਦੇਖੀ ਜਾਣਾ। ਤੇ ਹੌਲੀ ਹੌਲੀ ਮੈਂ ਥੋੜਾ ਵੱਡਾ ਹੋਇਆ ਤੇ ਫਿਰ ਯੂਨੀਵਰਸਿਟੀ 'ਚ ਜਿਮਨੇਜ਼ੀਅਮ ਖੁੱਲਿਆ ਤੇ ਮੈਂ ਪਹਿਲੀ ਵਾਰੀ ਵੇਟਸ ਉਸ ਜਿਮਨੇਜ਼ੀਅਮ 'ਚ ਮਾਰਨੇ ਸ਼ੁਰੂ ਕਰੇ। ਤੇ ਮੈਨੂੰ ਇਹ ਨਹੀਂ ਸੀ ਪਤਾ ਮੈਂ ਬੋਡੀ ਬਿਲਡਰ ਬਣਨਾ, ਤੇ ਪਰ ਮੇਰੀ ਉਹ ਤਮੰਨਾ ਸੀ ਕਿ ਮੈਂ ਵੇਟਸ ਨਾਲ ਬਹੁਤ ਖੁਸ਼ ਹੁੰਦਾ ਸੀ ਵੇਟ ਟ੍ਰੇਨਿੰਗ ਕਰਕੇ। ਮਤਲਬ ਪਹਿਲਾ ਪਿਆਰ ਜਿਹੜਾ ਸੀ ਉਹ ਵੇਟ ਸੀ? ਵੇਟ ਸੀ। ਤੇ ਕੁਝ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਸਿਹਤ ਦਾ ਬਹੁਤ ਸ਼ੌਕ ਸੀਗਾ ਤੇ ਉਹਨਾਂ ਨੇ ਘਰੇ 1-2 ਪੇਅਰ ਡੰਬਲ ਰੱਖੇ ਹੋਏ ਸੀ ਤੇ ਮੇਰੇ ਮੁੱਢਲੇ ਵੇਟ ਉਹ ਸੀਗੇ। ਉਹਨਾਂ ਨੂੰ ਮੈਂ ਦੇਖ ਕੇ ਕਦੇ ਨਾ ਕਦੇ ਮਾੜਾ ਮੋਟਾ ਜਿੰਨਾ ਮੇਰੇ ਤੋਂ ਹੁੰਦਾ ਸੀ ਮੈਂ ਕੋਸ਼ਿਸ਼ ਕਰਦਾ ਸੀ ਚੱਕਣ ਦੀ। ਚਲੋ, ਇਹ ਸਫ਼ਰ ਦੀ ਜਦੋਂ ਸ਼ੁਰੂਆਤ ਹੋਈ, ਇਸ ਸਫ਼ਰ ਨੂੰ ਮੁਕੰਮਲ ਕਰਨ ਵਾਸਤੇ ਕਿਸ ਤਰ੍ਹਾਂ ਦੀ ਚੈਂਪੀਅਨਸ਼ਿਪ 'ਚ ਹਿੱਸਾ ਲਿੱਤਾ, ਕਿੱਥੇ ਪਾਰਟਿਸਿਪੇਟ ਕੀਤਾ? ਦੇਖੋ, ਪਹਿਲਾਂ ਤਾਂ ਮੈਂ ਸਿਰਫ ਉੱਦਾਂ ਹੀ ਵੇਟ ਟ੍ਰੇਨਿੰਗ ਕਰਦਾ ਰਿਹਾ ਜਿੰਨਾ ਕੁ ਮੈਨੂੰ ਨੌਲੇਜ ਸੀਗੀ ਤੇ ਫਿਰ ਮੈਂ ਡਿਪਾਰਟਮੈਂਟ ਆਫ ਸਪੇਸ SCL ਜੁਆਇਨ ਕੀਤੀ 89 'ਚ ਜੀ। ਉੱਥੇ ਸਾਡੇ ਆਫਿਸ ਦਾ ਇੱਕ ਕਲੱਬ ਸੀਗਾ, ਉੱਥੇ ਵੀ ਵੇਟ ਸੀਗੇ। ਉੱਥੇ ਮੈਂ ਜਾ ਕੇ ਐਕਸਰਸਾਈਜ਼ ਸ਼ੁਰੂ ਕਰਤੀ ਤੇ ਉੱਥੇ ਕੁਝ ਨਾ ਸੀਨੀਅਰ ਲੜਕੇ ਕਦੇ ਆਉਂਦੇ ਸੀ ਜਿਨ੍ਹਾਂ ਨੂੰ ਬੋਡੀ ਬਿਲਡਿੰਗ ਬਾਰੇ ਨੌਲੇਜ ਸੀਗੀ। ਉਹਨਾਂ ਨੇ ਮੈਨੂੰ ਦੇਖ ਕੇ, ਜਦੋਂ ਮੇਰਾ ਜਨੂਨ ਦੇਖਿਆ, ਬੋਡੀ ਦੇਖੀ, ਮੈਨੂੰ ਕਹਿੰਦੇ ਤੁਹਾਨੂੰ ਕੰਪੀਟ ਕਰਨਾ ਚਾਹੀਦਾ ਮਿਸਟਰ ਚੰਡੀਗੜ੍ਹ 'ਚ। ਤੇ ਸ਼ਾਇਦ ਮੈਂ 91 'ਚ ਪਹਿਲੀ ਵਾਰੀ ਮਿਸਟਰ ਚੰਡੀਗੜ੍ਹ 'ਚ ਕੰਪੀਟ ਕੀਤਾ ਉਹਨਾਂ ਦੇ ਕਹਿਣ ਤੇ ਉਸ ਕੰਪੀਟੀਸ਼ਨ 'ਚ ਮੈਨੂੰ ਕੁਝ ਨਹੀਂ ਸੀ ਪਤਾ ਕਿ ਪੋਜ਼ਿੰਗ ਕੀ ਹੁੰਦੀ ਹੈ, ਕਿੱਦਾਂ ਹੁੰਦਾ। ਮੈਂ ਦੇਖਣ ਹੀ ਪਹਿਲੀ ਵਾਰੀ ਗਿਆ ਸੀ ਤੇ ਮੇਰੀ ਕੋਈ ਪਲੇਸ ਨਹੀਂ ਆਈ ਉੱਥੇ। ਤੇ ਫਿਰ ਮੈਨੂੰ ਥੋੜਾ ਪਤਾ ਲੱਗਿਆ ਕਿ ਹੈ ਕੀ ਹੈ। ਫਿਰ ਮੈਂ ਵਾਲੀਆ ਜੀ ਸੀਗੇ ਚੰਡੀਗੜ੍ਹ ਕੋਚ, ਉਹਨਾਂ ਕੋਲ ਗਿਆ, ਬੌਨਸੈਂਟ ਐਕਸਰਸਾਈਜ਼ ਕੀਤੀ ਤੇ ਨੈਕਸਟ ਈਅਰ ਮੈਂ ਉਹਦੇ 'ਚ ਚੈਂਪੀਅਨ ਬਣਿਆ, ਫਸਟ ਆਈ। ਤੇ ਫਿਰ ਮੈਂ ਕਈ ਵਾਰੀ ਮਿਸਟਰ ਚੰਡੀਗੜ੍ਹ ਬਣਿਆ ਤੇ ਫਿਰ ਨਾਰਥ ਇੰਡੀਆ ਪਲੇਸ ਆਈ। ਫਿਰ 2001 'ਚ ਫਸਟ ਟਾਈਮ ਮੇਰੀ ਮਿਸਟਰ ਇੰਡੀਆ 'ਚ ਪਲੇਸ ਆਈ, 3rd ਪਲੇਸ ਸੀ ਭਾਵਨਗਰ 'ਚ, ਗੁਜਰਾਤ 'ਚ। ਤੇ ਫਿਰ ਮੈਂ ਕਈ ਸਾਲ ਲਗਾਤਾਰ ਮਿਸਟਰ ਇੰਡੀਆ ਜਿੱਤੀ ਤੇ ਫਿਰ 2007 'ਚ ਮੈਂ ਸਿਲੈਕਸ਼ਨ ਹੋਈ ਮੇਰੀ ਵਰਲਡ ਵਾਸਤੇ, ਮਸਲਮੇਨੀਆ ਵਰਲਡ ਚੈਂਪੀਅਨਸ਼ਿਪ, ਜੋ ਕਿ ਲਾਸ ਐਂਜਲਸ ਅਮਰੀਕਾ 'ਚ ਹੋਈ ਸੀ। ਉੱਥੇ ਮੇਰਾ ਫਿਰ 골ਡ ਆਇਆ ਸੀ। ਅੱਛਾ, ਤੁਸੀਂ ਦੱਸਿਆ ਕਿ ਕੰਪੀਟੀਸ਼ਨ ਦਾ ਜਿਹੜੀ ਪਹਿਲੀ ਪਾਰਟ ਸੀਗਾ ਉਹਦੇ 'ਚ ਕੋਈ ਪਲੇਸ ਨਹੀਂ ਆਈ ਤੇ ਉਸ ਤੋਂ ਬਾਅਦ ਤਿਆਰੀ ਜਿਹੜੀ ਹੈਗੀ ਉਹ ਇੱਕ ਬਹੁਤ ਮੈਟਰ ਕਰ ਜਾਂਦੀ ਹੈਗੀ। ਬਿਲਕੁਲ ਜੀ। ਤੇ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਜਦੋਂ ਅਸੀਂ ਹਿੱਸਾ ਲੈਂਦੇ ਹਾਂ, ਕਿਸ ਪੱਧਰ ਦੀ ਤਿਆਰੀ ਜਿਹੜੀ ਹੈਗੀ ਉਹ ਜ਼ਰੂਰੀ ਹੈ? ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਹੋ? ਸਭ ਤੋਂ ਪਹਿਲੀ ਗੱਲ ਤਾਂ ਮੈਂ ਮੰਨਦਾ ਕਿ ਤੁਸੀਂ ਉਸ ਚੀਜ਼ ਵਾਸਤੇ ਬਿਨਾਂ ਨੌਲੇਜ ਤੋਂ, ਜਦ ਤੁਹਾਨੂੰ ਕੁਝ ਵੀ ਨਹੀਂ ਸੀ ਪਤਾ, ਤੁਸੀਂ ਕੀ ਕੀਤਾ। ਤੁਸੀਂ ਦੇਖੋ, ਮੈਨੂੰ ਬੋਡੀ ਬਿਲਡਿੰਗ ਦੀ ਕੋਈ ਨੌਲੇਜ ਨਹੀਂ ਸੀ ਲੇਕਿਨ ਮੈਂ ਬਹੁਤ ਟੱਕਰਾਂ ਮਾਰੀਆਂ, ਜਿੰਨੀ ਕਿ ਮੈਂ ਸੋਚ ਸਕਦਾ ਸੀ, ਜੋ ਮੈਂ ਸੋਰਸ ਇਕੱਠੇ ਕਰ ਸਕਦਾ ਸੀ। ਠੀਕ ਹੈ, ਮੈਨੂੰ ਬਾਅਦ 'ਚ ਕੋਚ ਮਿਲੇ, ਨੌਲੇਜ ਮਿਲੀ ਤਾਂ ਮੈਂ ਉੱਥੋਂ ਉਹਨਾਂ ਤੋਂ ਗ੍ਰੈਸਪ ਕੀਤੀ। ਲੇਕਿਨ ਮੇਰਾ ਇਹ ਮੰਨਣਾ ਹੈ ਵੀ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਬਹੁਤ ਪਿਆਰ ਕਰਦੇ ਹੋ ਨਾ, ਪਹਿਲਾ ਕੁਐਸਚਨ ਇਹ ਹੈ ਵੀ ਤੁਸੀਂ ਆਪ ਕੀ ਕੀਤਾ ਉਹਦੇ ਵਾਸਤੇ।
ਤੇ ਉਹਦੇ ਵਾਸਤੇ ਮੈਂ ਬਹੁਤ ਪਾਪੜ ਵੇਲੇ ਜੀ ਜਿੰਨੀ ਕੁ ਮੈਨੂੰ ਨੌਲੇਜ ਸੀ ਨਾ ਜੀ, ਤੇ ਤੁਸੀਂ ਇਹ ਲਾਓ ਵੀ ਮੇਰਾ ਮਸਲ ਮਾਸ ਵੱਧਦਾ ਨਹੀਂ ਸੀਗਾ, ਤੇ ਕੋਈ ਉਦੋਂ ਬੁੱਕਸ ਨਹੀਂ ਸੀਗੀਆਂ, ਇੰਟਰਨੈਟ ਨਹੀਂ ਸੀ, ਦੱਸਣ ਵਾਲੇ ਨਹੀਂ ਸੀਗੇ। ਮੈਂ ਆਪਣਾ ਹੀ ਆਈਡੀਆ ਲਾਇਆ ਵੀ ਜੇ ਮੈਂ ਕਰੀਮ ਪੀਵਾਂ ਨਾ ਡੇਲੀ ਤਾਂ ਮੈਂ ਬਹੁਤ ਤਕੜਾ ਹੋ ਜਾਵਾਂਗਾ। ਤੇ 21 ਸੈਕਟਰ ਬਾਬਾ ਡਾਇਰੀ ਦੇ ਮੈਂ ਜਾਣਾ ਐਕਸਰਸਾਈਜ਼ ਤੋਂ ਬਾਅਦ, ਮੌਨਸੈਂਟ ਐਕਸਰਸਾਈਜ਼ ਕਰਕੇ, ਜਿੰਨੇ ਕੁ ਮੇਰੇ ਕੋਲ ਪੈਸੇ ਹੋਣੇ ਮੈਂ ਲਿਫਾਫੇ 'ਚ ਉਹਨਾਂ ਨੇ ਕਰੀਮ ਦੇਣੀ ਤੇ ਮੈਂ ਪੀ ਲੈਣੀ। 4-5 ਦਿਨ ਮੈਂ ਸੋਹਣਾ ਮੈਨੂੰ ਲੱਗਿਆ ਮੈਂ ਵਧੀਆ ਹੋ ਰਿਹਾ। ਫਿਰ ਹੌਲੀ ਹੌਲੀ ਮੇਰੇ ਢਿੱਡ ਤੇ ਫੈਟ ਚੜ੍ਹਨੀ ਸ਼ੁਰੂ ਹੋ ਗਈ, ਬੋਡੀ ਲਿਥਾਰਜਿਕ ਜੀ ਹੋਣੀ ਸ਼ੁਰੂ ਹੋ ਗਈ। ਤੇ ਬਾਕੀ ਹਿੱਟ ਐਂਡ ਟ੍ਰਾਇਲ ਪਰ ਲੱਗਿਆ ਰਿਹਾ ਜੀ, ਮੈਂ ਨੌਲੇਜ ਇਕੱਠੀ ਕਰਦਾ ਰਿਹਾ। ਫਿਰ ਕੋਈ ਮੈਨੂੰ ਬੁੱਕ ਮਿਲੀ, ਉਹਨਾਂ ਨੇ ਉਹਦੇ 'ਚ ਲਿਖਿਆ ਸੀ, ਪਹਿਲੀ ਵਾਰ ਮੈਨੂੰ ਨੌਲੇਜ ਹੋਈ ਕਿ ਪ੍ਰੋਟੀਨ ਹੀ ਖਾਣਾ ਚਾਹੀਦਾ, ਪਿਓਰ ਪ੍ਰੋਟੀਨ ਜਿਹਦੇ 'ਚ ਇਕੱਲਾ ਪ੍ਰੋਟੀਨ ਹੋ। ਫਿਰ ਮੈਂ ਐਗਸ ਖਾਣੇ ਸ਼ੁਰੂ ਕੀਤੇ ਇੱਦਾਂ, ਤੇ ਕੁਦਰਤ ਸਟੈਪ ਨਾਲ ਸਟੈਪ ਮੈਨੂੰ ਜੁੜਦੇ ਗਏ ਜੀ। ਤੁਸੀਂ ਕਿਹਾ ਕਿ ਹੱਥ ਪੈਰ ਜ਼ਰੂਰ ਮਾਰਦੇ ਰਹਿਣੇ ਚਾਹੀਦੇ, ਤੇ ਹੱਥ ਪੈਰ ਮਾਰਨ 'ਚ ਸਭ ਤੋਂ ਇੰਪੋਰਟੈਂਟ ਚੀਜ਼ ਰੋਲ ਜਿਹੜਾ ਆ ਜਾਂਦਾ ਉਹ ਜਾਂ ਤਾਂ ਤੁਹਾਡੀ ਵਰਕਆਊਟ ਦੀ ਰੂਟੀਨ। ਬਿਲਕੁਲ, ਮਤਲਬ ਉਹ ਆਪਾਂ ਕਿਸ ਤਰ੍ਹਾਂ ਤੈਅ ਕਰਦੇ ਹਾਂ ਕਿ ਇੱਕ ਬਾਡੀ ਬਿਲਡਰ, ਇੱਕ ਨਾਰਮਲ ਇਨਸਾਨ, ਬਿਲਕੁਲ ਜਿੱਦਾਂ ਮੈਂ ਫਿਟਨੈਸ ਵਾਸਤੇ ਅਗਰ ਸਿਰਫ ਵਰਕਆਊਟ, ਤੇ ਉਹ ਦੋਨਾਂ ਦੀ ਰੂਟੀਨ ਦੇ ਵਿੱਚ ਕੀ ਫਰਕ ਹੁੰਦਾ ਹੈ, ਤੇ ਕਿਸ ਤਰ੍ਹਾਂ ਦੀ ਰੂਟੀਨ ਜਿਹੜੀ ਹੈਗੀ ਹੈ ਇੱਕ ਨਾਰਮਲ ਪਰਸਨ ਨੂੰ ਤੇ ਇੱਕ ਬਾਡੀ ਬਿਲਡਰ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣੀ ਚਾਹੀਦੀ? ਜਿਹੜਾ ਤਾਂ ਫਿਟਨੈਸ ਵਾਸਤੇ ਕਰਦਾ ਉਹਦੇ 'ਚ ਮੇਰਾ ਮੰਨਣਾ ਇਹ ਹੈ ਕਿ ਉਹਨੂੰ ਆਪਣਾ BMR ਤੇਜ਼ ਕਰਨਾ ਚਾਹੀਦਾ, ਜਿਹਦੇ ਵਾਸਤੇ ਕਿ ਉਹ ਵੇਟ ਟ੍ਰੇਨਿੰਗ ਕਰੇ ਆਪਣੇ ਮੇਜਰ ਬਾਡੀ ਪਾਰਟਸ ਹਨ ਜਿਹੜੇ ਵੀ ਉਹਦੇ ਕੰਪਾਊਂਡ ਮੂਵਮੈਂਟਸ ਕਰੇ, ਵੱਡੇ ਬਾਡੀ ਪਾਰਟ ਹੈ, ਚੈਸਟ, ਸ਼ੋਲਡਰ, ਸਾਰਿਆਂ ਦੀ ਐਕਸਰਸਾਈਜ਼ ਕਰੇ। ਤੇ ਜਿਹੜੇ ਨੇ ਕੰਪੀਟ ਕਰਨਾ ਉਹ ਉਹਨਾਂ ਐਕਸਰਸਾਈਜ਼ਾਂ ਉਹੀ ਹੈਗੀਆਂ ਜੀ, ਬਾਡੀ ਪਾਰਟ ਵੀ ਉਹੀ ਹੈ, ਉਹਨਾਂ ਨੂੰ ਉਹ ਪੂਰੀ ਡਿਟੇਲ 'ਚ ਬਰੀਕੀ 'ਚ ਜਾਵੇ। ਜਿਵੇਂ ਸ਼ੋਲਡਰ ਹੈ, ਆਮ ਬੰਦਾ ਫਿਟਨੈਸ ਵਾਸਤੇ ਸ਼ੋਲਡਰ ਪ੍ਰੈਸ ਕਰ ਰਿਹਾ, ਸ਼ਰਗਸ ਕਰ ਰਿਹਾ, ਤੇ ਜੇ ਕਿਸੇ ਨੇ ਕੰਪੀਟ ਕਰਨਾ ਤਾਂ ਫਿਰ ਉਹਨੂੰ ਜਿਹੜੇ ਵਿੱਚ ਅਲੱਗ-ਅਲੱਗ ਮਸਲ ਆ ਉਹਨਾਂ ਦੀ ਇਕੱਲੇ ਦੀ ਆਈਸੋਲੇਸ਼ਨ ਮੂਵਮੈਂਟ, ਸਾਰੀ ਤਰ੍ਹਾਂ ਦੀ ਐਕਸਰਸਾਈਜ਼ਾਂ ਕਰ ਉਹਨੂੰ ਡਿਟੇਲ 'ਚ। ਤੇ ਵਰਕਆਊਟ ਬਿਨਾ ਡਾਈਟ ਤੋਂ ਪੂਰਾ ਨਹੀਂ ਮੰਨਿਆ ਜਾ ਸਕਦਾ, ਮਤਲਬ ਉਹ ਅੱਧੀ ਅਧੂਰੀ ਚੀਜ਼ ਹੈ। ਤੁਸੀਂ ਜਿੰਨਾ ਮਰਜ਼ੀ ਮਿਹਨਤ ਕਰ ਲਓ, ਅਗਰ ਸਰੀਰ ਨੂੰ ਡਾਈਟ ਪੂਰੀ ਨਹੀਂ ਦਿੱਤੀ ਤਾਂ ਉਹ ਅੱਧਾ ਅਧੂਰਾ ਹੈ। ਡਾਈਟ ਦਾ ਦੋਨਾਂ ਪਾਰਟਸ ਦੇ ਵਿੱਚ ਕੀ ਰੋਲ ਹੈ ਕਿ ਇੱਕ ਨਾਰਮਲ ਪਰਸਨ ਦੀ ਤੇ ਇੱਕ ਜਿਹੜਾ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਚਾਹੁੰਦਾ? ਜੇ ਤਾਂ ਆਪਾਂ ਫਿਟਨੈਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਿਰਫ ਥੋੜਾ ਜਿਹਾ ਇੱਕ ਤਾਂ ਜੰਕ ਅਵੋਇਡ ਕਰੋ, ਮਿੱਠਾ ਅਵੋਇਡ ਕਰੋ, ਤੇ ਥੋੜਾ ਬਹੁਤਾ ਜਿੰਨਾ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਯੂਰਿਕ ਐਸਿਡ ਵਗੈਰਾ ਦੀ, ਕੋਈ ਕਿਡਨੀਜ਼ ਦੀ, ਤਾਂ ਥੋੜਾ ਪ੍ਰੋਟੀਨ ਹਰੇਕ ਮੀਲ 'ਚ ਐਡ ਕਰ ਦਿਓ। ਇਹ ਤਾਂ ਹੋ ਗਈ ਜੀ ਇੱਕ ਆਮ ਫਿਟਨੈਸ ਵਾਲੇ ਦੀ ਗੱਲ। ਤੇ ਜੇ ਆਪਾਂ ਕਰੀਏ ਵੀ ਕੰਪੀਟ ਕਰਨਾ, ਜਿਹਨੇ ਪ੍ਰੋਫੈਸ਼ਨਲ ਬਾਡੀ ਬਿਲਡਰ ਬਣਨਾ, ਉਹਨੂੰ ਬਹੁਤ ਹਾਈ ਪ੍ਰੋਟੀਨ ਡਾਈਟ, ਤੇ ਫਿਰ ਉਹ ਡਿਪੈਂਡ ਕਰਦਾ ਵੀ ਉਹਦੀ ਬਾਡੀ 'ਚ ਕਿੰਨੀ ਫੈਟ ਪਰਸੈਂਟੇਜ ਹੈ, ਉਹਨੇ weight gain ਕਰਨਾ, ਲੂਜ਼, ਉਸ ਹਿਸਾਬ ਨਾਲ ਉਹਨੂੰ ਕਾਰਬੋਹਾਈਡਰੇਟ ਐਡ ਕਰਨੇ। ਤੇ ਦੋਨੋਂ ਕੇਸਿਸ 'ਚ ਪਾਣੀ 4 ਤੋਂ 5 ਲੀਟਰ ਪੀਣਾ ਬਹੁਤ ਜ਼ਰੂਰੀ ਹੈ। ਤੇ ਤੁਸੀਂ ਕਿਹਾ ਕਿ ਆਪਾਂ ਆਪਣੀ ਡਾਈਟ ਨੂੰ ਵੀ ਕੈਲਕੂਲੇਟ ਕਰਦੇ ਹਾਂ, ਜਿੱਦਾਂ ਦਾ ਫੈਟ ਪ੍ਰੋਟੀਨ ਬਾਡੀ ਦੇ ਵਿੱਚ ਕਿੰਨੀ ਜ਼ਰੂਰਤ ਹੈ, ਕਿੰਨਾ ਘੱਟ ਹੈ, ਕਿੰਨਾ ਜ਼ਿਆਦਾ ਹੈ। ਇਸ ਨੂੰ ਕੈਲਕੂਲੇਟ ਕਰਨ ਦਾ ਰਾਈਟ ਵੇ ਜਾਂ ਰਾਈਟ, ਕਿਉਂਕਿ ਇੱਕ ਜਿਹੜਾ ਪਰਸਨ ਕੰਪੀਟ ਕਰ ਰਿਹਾ, ਚਲੋ ਉਸ ਨੂੰ ਇੱਕ ਥੋੜਾ ਕੋਚ ਦੀ ਗਾਈਡੈਂਸ ਹੋਏਗੀ। ਇੱਕ ਨਾਰਮਲ ਪਰਸਨ ਜਿਹੜਾ ਵਰਕਆਊਟ ਫਿਟਨੈਸ ਵਾਸਤੇ ਕਰਨ ਗਿਆ, ਉਹਨੂੰ ਸ਼ਾਇਦ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਕਿ ਮੈਂ ਡਾਈਟ ਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ। ਤਾਂ ਕੀ ਵੇ ਹੈਗਾ ਆਪਣੀ ਬਾਡੀ ਦੀ ਡਾਈਟ ਨੂੰ ਕੈਲਕੂਲੇਟ ਕਰਨ ਦਾ, ਪ੍ਰੋਟੀਨ ਜਾਂ ਅਦਰ ਪਾਰਟਸ ਨੂੰ ਕੈਲਕੂਲੇਟ ਕਰਨ ਦਾ? ਦੇਖੋ, ਜੇ ਹੁਣ ਸਪੋਜ਼ ਕਰੀਏ ਆਪਾਂ ਕਿਸੇ 60 ਕਿਲੋ ਜਾਂ 70 ਕਿਲੋ ਦੇ ਬੰਦੇ ਦੀ ਗੱਲ ਕਰਦੇ ਹਾਂ ਜੀ, ਤਾਂ ਜੇ ਉਹ ਸਿਰਫ ਫਿਟਨੈਸ ਕਰ ਰਿਹਾ ਤਾਂ ਮੇਰੇ ਹਿਸਾਬ ਨਾਲ ਉਹਨੂੰ 40-50 ਗ੍ਰਾਮ ਪ੍ਰੋਟੀਨ ਵੀ ਦਿਨ ਦਾ ਸਫੀਸ਼ੀਐਂਟ ਹੈ। ਤੇ ਜੇ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਪ੍ਰੋਫੈਸ਼ਨਲ ਬੰਦੇ ਦੀ, ਕਿਸੇ ਵੀ ਸਪੋਰਟਸਮੈਨ ਦੀ, ਤਾਂ ਉਹਨੂੰ 2 ਤੋਂ 3 ਗੁਣਾ ਪ੍ਰੋਟੀਨ ਚਾਹੀਦਾ, ਕਿਉਂਕਿ ਜਿੰਨੀ ਉਹਦੀ ਹਾਰਸ਼ ਐਕਸਰਸਾਈਜ਼ ਹੁੰਦੀ ਹੈ ਤੇ ਉਹਦਾ ਰੈਸਟ ਘੱਟ ਹੁੰਦਾ ਹੈ। ਤੇ ਇਹ ਤਾਂ ਹੈ ਨਹੀਂ ਵੀ ਇੱਕ ਵਾਰੀ ਟ੍ਰੇਨਿੰਗ ਕਰੇਗਾ, ਜਿਹਨੇ ਕੰਪੀਟ ਕਰਨਾ ਦਿਨ 'ਚ 3-3 ਵਾਰ ਵੀ ਟ੍ਰੇਨਿੰਗ ਕਰੇਗਾ, ਰਨਿੰਗ ਵੀ ਕਰੇਗਾ, ਕਾਰਡੀਓ ਵੀ ਕਰੇਗਾ, ਟੈਨਿੰਗ ਵੀ ਕਰੇਗਾ, ਤੇ ਉਹਨੂੰ ਰਿਕਵਰੀ ਵਾਸਤੇ ਜ਼ਿਆਦਾ ਪ੍ਰੋਟੀਨ ਚਾਹੀਦਾ। ਤੇ ਮੇਰੇ ਹਿਸਾਬ ਨਾਲ 2 ਤੋਂ 3 ਗੁਣਾ ਪ੍ਰੋਟੀਨ ਚਾਹੀਦਾ ਬਾਡੀ ਵੇਟ ਤੋਂ। ਠੀਕ ਹੈ। ਤੇ ਇੱਕ ਗੱਲ ਮੈਨੂੰ ਹੋਰ ਦੱਸੋ ਕਿ ਬਦਲਦੇ ਵਕਤ ਦੇ ਨਾਲ ਜਿਹੜੀ ਸਭ ਤੋਂ ਜ਼ਿਆਦਾ ਕੁਐਸਚਨ ਮਾਰਕ ਦੇ ਵਿੱਚ ਚੀਜ਼ ਆਈ ਹੈ ਨਾ, ਉਹ ਇਹ ਵਾ ਕਿ ਪ੍ਰੋਟੀਨ, ਪ੍ਰੀ ਵਰਕਆਊਟਸ, ਇਹ ਇੱਕ ਜਿਮ ਜਾਣ ਵਾਲੇ ਇਨਸਾਨ ਦੇ ਨਾ ਮਤਲਬ ਲਾਈਫ ਦੇ ਵਿੱਚ ਇੱਦਾਂ ਲੱਗਦਾ ਹੈ ਕਿ ਜ਼ਰੂਰੀ ਹਿੱਸਾ ਬਣ ਕੇ ਰਹਿ ਗਏ ਨੇ। ਕਿੱਥੇ ਤੱਕ ਸਹੀ ਨੇ, ਕਿਸ ਤਰ੍ਹਾਂ ਇਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ? ਜੇ ਤਾਂ ਆਪਾਂ ਪ੍ਰੋਟੀਨ ਦੀ ਗੱਲ ਕਰੀਏ, ਮੈਂ ਹੁਣ ਵੀ ਸਾਰਿਆਂ ਨੂੰ ਇਹ ਰਿਕਮੈਂਡ ਕਰਦਾ ਕਿ ਪਹਿਲੀ ਪ੍ਰੈਫਰੈਂਸ ਤਾਂ ਆਪਾਂ ਦਿਓ ਨੈਚੁਰਲ ਪ੍ਰੋਟੀਨ ਨੂੰ, ਜਿਹਦੇ 'ਚ ਆਪਣੇ ਆਗੇ ਐਗ ਵਾਈਟ ਹੋ ਗਏ, ਚਿਕਨ ਚੈਸਟ ਹੋ ਗਈ, ਤੇ ਸਪਰੇਟੇ ਦੁੱਧ ਦਾ ਪਨੀਰ ਹੋ ਗਿਆ। ਜਿਵੇਂ ਵੇਰਕਾ ਦਾ ਯੈਲੋ ਪੈਕਟ ਆਉਂਦਾ ਫੈਟ ਫਰੀ, ਉਹਦਾ ਤੁਸੀਂ ਪਨੀਰ ਕੱਢ ਲਓ, ਡੇਲੀ ਨਹੀਂ ਕੱਢ ਸਕਦੇ, ਇਕੱਠਾ ਕੱਢ ਲਓ 10-15 ਪੈਕਟਾਂ ਦਾ, ਉਹਨੂੰ ਪਿਆਜ਼ ਟਮਾਟਰ ਦਾ ਤੜਕਾ ਲਾ ਕੇ ਰੂਟੀਨ 'ਚ ਉਹਨੂੰ ਡਿਵਾਈਡ ਕਰ ਲਓ ਥੋੜਾ। ਤੇ ਜੇ ਆਪਾਂ ਗੱਲ ਕਰਦੇ ਹਾਂ ਬਾਡੀ ਬਿਲਡਰਸ ਦੀ, ਤਾਂ ਉਹਦੇ 'ਚ ਇਹ ਹੈ ਵੀ ਪ੍ਰੋਟੀਨ ਆਪਾਂ ਨੂੰ ਜ਼ਿਆਦਾ ਚਾਹੀਦਾ, ਤੇ ਉਹਨਾਂ ਨੂੰ ਫਿਰ ਉਨਾ ਖਾਣਾ ਔਖਾ ਹੋ ਜਾਂਦਾ। ਜਿਵੇਂ ਇੰਨੇ ਐਗਸ, ਹੁਣ ਮੈਂ ਜੇ ਆਪਣੀ ਗੱਲ ਕਰਾਂ, ਉਹਨਾਂ ਟਾਈਮਾਂ 'ਚ ਪ੍ਰੋਟੀਨ ਪਾਊਡਰ ਨਹੀਂ ਸੀਗੇ, ਤੇ ਮੈਂ 100 ਅੰਡਾ ਵੀ ਕਈ ਸਾਲ ਲਗਾਤਾਰ ਖਾਧਾ, ਡੇਲੀ 100 ਅੰਡਾ। ਤੇ ਹੁਣ ਮੈਨੂੰ ਲੱਗਦਾ ਉੱਦਾਂ ਦੀ ਕੋਈ ਲੋੜ ਨਹੀਂ ਹੈਗੀ, ਤੇ ਤੁਸੀਂ ਪ੍ਰੋਟੀਨ ਪਾਊਡਰ ਵੀ ਐਡ ਕਰ ਸਕਦੇ ਹੋ। ਵੇ ਪ੍ਰੋਟੀਨ ਆਉਂਦੇ ਆ, ਸੋਇਆ ਪ੍ਰੋਟੀਨ ਆਉਂਦੇ ਆ, ਕੈਸੀਨ ਆਉਂਦੇ, ਕਈ ਤਰ੍ਹਾਂ ਦੇ ਹੈਗੇ। ਤੇ ਜੇ ਆਪਾਂ ਸੈਂਸੀਬਲੀ ਤਰੀਕੇ ਨਾਲ ਉਹਨੂੰ ਕਰੇ, ਉਹਨਾਂ ਦਾ ਕੋਈ ਹਾਰਮ ਨਹੀਂ ਹੈ। ਤੇ ਜੇ ਆਪਾਂ ਗੱਲ ਕਰਦੇ ਹਾਂ ਜੀ ਪ੍ਰੀ ਵਰਕਆਊਟਸ, ਤੇ ਮੈਂ ਆਪਣੇ ਐਕਸਪੀਰੀਅੰਸ 'ਚ ਇਹ ਦੇਖ ਚੁੱਕਾ ਵੀ ਪ੍ਰੀ ਵਰਕਆਊਟ ਦੇ ਕਈ ਵਾਰੀ ਬਹੁਤ ਸਾਈਡ ਇਫੈਕਟਸ ਜ਼ਿਆਦਾ ਹੈਗੇ, ਹਾਰਸ਼ ਸਾਈਡ ਇਫੈਕਟਸ ਹੈਗੇ। ਤੇ ਈਵਨ ਮੈਂ
ਆਪ ਵੀ ਦੇਖੋ ਮੈਂ ਬੋਡੀ ਬਿਲਡਿੰਗ ਦਾ ਇੱਕ ਜਨੂਨ ਹੈ, ਤੇ ਜਿਹੜਾ ਪ੍ਰੋਫੈਸ਼ਨਲ ਬੋਡੀ ਬਿਲਡਰ ਹੁੰਦਾ ਨਾ, ਜੇ ਕੋਈ ਸਪੋਰਟਸਮੈਨ, ਉਹਨੂੰ ਹਮੇਸ਼ਾ ਇਹ ਰਹਿੰਦਾ ਵੀ ਹੋਰ ਮੈਂ ਸ਼ਾਰਪ ਹੋ ਜਾਵਾਂ, ਹੋਰ ਤਕੜਾ ਹੋ ਜਾਵਾਂ। ਤੇ ਮੈਂ ਵੀ ਇੱਕ ਦੋ ਵਾਰੀ, ਮੈਂ ਪਰਟੀਕੁਲਰ ਉਸ ਪ੍ਰੀ ਵਰਕਆਊਟ ਦਾ ਨਾਮ ਤਾਂ ਨਹੀਂ ਲਵਾਂਗਾ, ਤੇ ਮੈਂ ਉਹ ਯੂਜ਼ ਕਰਕੇ ਦੇਖਿਆ ਤੇ ਮੈਨੂੰ ਆਪਣੇ ਕੰਨਾਂ 'ਚ ਬਹੁਤ ਜ਼ਿਆਦਾ ਪ੍ਰੈਸ਼ਰ ਲੱਗਣ ਲੱਗ ਗਿਆ ਸੀ। ਤੇ ਮੈਂ ਚੈੱਕ ਕਰਾਂਦਾ ਰਿਹਾ, ਕੁਛ ਨਹੀਂ ਨਿਕਲਿਆ, ਤੇ ਐਂਡ 'ਚ ਮੈਨੂੰ ਉਹ ਬਾਈ ਚਾਂਸ ਉਹ ਖਤਮ ਹੋ ਗਿਆ ਡੱਬਾ, ਤੇ ਖਤਮ ਹੋਇਆ ਤਾਂ ਹਫ਼ਤੇ ਬਾਅਦ ਸੈੱਟ ਹੋ ਗਿਆ। ਤੇ ਉਹ ਮੈਂ ਦੁਬਾਰਾ ਫਿਰ ਸ਼ੁਰੂ ਕਰਕੇ ਦੇਖਿਆ ਟ੍ਰਾਇਲ ਵਾਸਤੇ, ਉਹਦੇ ਨਾਲ ਹੀ ਹੋ ਰਿਹਾ ਸੀ। ਤੇ ਤੁਹਾਡੀਆਂ ਮਤਲਬ ਕਿ ਇਹਨਾਂ 'ਚ ਇੰਨਾ ਜ਼ਿਆਦਾ ਆਰਜੀਨਾਈਨ, ਕੈਫੀਨ, ਹੋਰ ਚੀਜ਼ਾਂ ਪਾਈਆਂ ਹੁੰਦੀਆਂ ਕਿ ਜਿਹੜੀਆਂ ਤੁਹਾਡੀਆਂ ਵੇਨਸ 'ਤੇ ਬਹੁਤ ਸਟ੍ਰੈਸ ਪਾਉਂਦੀਆਂ, ਤੇ ਜੇ ਕਿਸੇ ਬੰਦੇ ਨੂੰ ਆਲਰੇਡੀ ਕੋਈ ਦਿੱਕਤ ਹੈ ਤਾਂ ਉਹ ਬੜੇ ਗਲਤ ਰਿਜ਼ਲਟ ਆ ਸਕਦੇ ਆ। ਤੇ ਕੀ ਕੋਈ ਨੈਚੁਰਲ ਵੇ ਵੀ ਹੈ ਪ੍ਰੀ ਵਰਕਆਊਟਸ ਨੂੰ ਅਟੇਨ ਕਰਨ ਦਾ, ਜਿੱਦਾਂ ਅਕਸਰ ਸੁਜੈਸਟ ਕੀਤਾ ਜਾਂਦਾ ਕਿ ਤੁਸੀਂ ਚਾਕਲੇਟ ਇੱਕ ਪ੍ਰੀ ਵਰਕਆਊਟ ਦੇ ਤੌਰ ਤੇ, ਜਾਂ ਕਾਫੀ, ਬਲੈਕ ਕਾਫੀ? ਹਾਂ, ਬਲੈਕ ਕਾਫੀ ਤੁਸੀਂ ਲੈ ਸਕਦੇ, ਚਾਕਲੇਟ ਤਾਂ ਮੈਂ ਰਿਕਮੈਂਡ ਨਹੀਂ ਕਰਾਂਗਾ ਸਰ, ਕਿਉਂਕਿ ਉਹ ਤਾਂ ਸਿੰਪਲ ਸ਼ੂਗਰ ਹੈਗੀ ਹੈ। ਤੇ ਤੁਸੀਂ ਜੇ ਡਿਪੈਂਡ ਕਰਦਾ ਵੀ ਤੁਸੀਂ ਅੰਡਰਵੇਟ ਹੋ, ਤੁਸੀਂ ਬੋਇਲਡ ਐਗਸ ਖਾ ਲਓ ਐਕਸਰਸਾਈਜ਼ ਤੋਂ ਪਹਿਲਾਂ, ਥੋੜੇ ਰਾਈਸ ਖਾ ਲਓ ਅੱਧਾ ਘੰਟਾ ਪਹਿਲਾਂ, ਥੋੜਾ ਬੈਲੈਂਸ ਜਿਹਾ ਮੀਲ ਇੱਕ ਲੈ ਲਓ, ਤੇ ਥੋੜਾ ਤੁਸੀਂ ਐਕਟਿਵਨੈਸ ਵਾਸਤੇ ਕੈਫੀਨ ਲੈ ਲਓ। ਅੱਛਾ, ਤੁਸੀਂ ਕਿਹਾ ਕਿ ਜਿੱਦਾਂ ਆਪਾਂ ਪ੍ਰੀ ਵਰਕਆਊਟ ਦੇ ਤੌਰ ਤੇ ਜਿਮ ਤੋਂ ਪਹਿਲਾਂ ਐਕਸਰਸਾਈਜ਼ ਕਰ, ਇੱਕ ਸਾਡੇ ਮਤਲਬ ਪੁਰਾਣੇ ਜਿਹੜੇ ਵੱਡੇ ਬਜ਼ੁਰਗ ਉਹ ਕਹਿੰਦੇ ਹੈਗੇ ਕਿ ਜਿਮ ਤੋਂ ਘੰਟਾ ਪਹਿਲਾਂ ਕੁਝ ਨਾ ਖਾਓ, ਜਾਂ ਕਸਰਤ ਕਰਨ ਤੋਂ ਪਹਿਲਾਂ ਨਾ ਖਾਓ, ਬਿਲਕੁਲ ਠੀਕ ਹੈ। ਤੇ ਕਿਸ ਤਰ੍ਹਾਂ ਆਪਾਂ ਜਿਹੜਾ ਆਪਣਾ ਮੀਲ ਹੈਗਾ ਉਹਨੂੰ ਡਿਵਾਈਡ ਕਰ ਸਕਦੇ ਹਾਂ ਦਿਨ ਦੇ ਵਿੱਚ? ਕਿ ਉਹਦੇ 'ਚ ਇਹ ਹੈ ਨਾ ਜੀ, ਦੇਖੋ ਜਿਹੜੇ ਉਹ ਕਹਿੰਦੇ ਵੀ ਘੰਟਾ ਡੇਢ ਘੰਟਾ ਪਹਿਲਾਂ ਨਾ ਖਾਓ, ਜਦੋਂ ਆਪਾਂ ਵੇਟ ਟ੍ਰੇਨਿੰਗ ਕਰਦੇ ਹਾਂ ਨਾ, ਸਪੋਜ਼ ਕਰੋ ਆਪਾਂ ਬਾਈਸੈਪਸ ਕਰ ਰਹੇ ਹਾਂ, ਜਦੋਂ ਆਪਾਂ ਬਾਈਸੈਪ ਦੀ ਐਕਸਰਸਾਈਜ਼ ਕਰ ਰਹੇ ਹਾਂ ਨਾ, ਤਾਂ ਉਹ ਬੇਸਿਕਲੀ ਜਿਹੜਾ ਰਿਜ਼ਲਟ ਆਣੇ ਹੈ ਉਹ ਕੀ ਹੈ ਕਿ ਉਸ ਜਗ੍ਹਾ ਤੇ ਮਸਲ 'ਚ ਬਲੱਡ ਰਸ਼ ਹੁੰਦਾ, ਉਹਨੂੰ ਪੰਪ ਕਰਦਾ ਜੋ। ਤੇ ਜੇ ਆਪਾਂ ਇਮੀਡੀਏਟਲੀ ਖਾ ਕੇ ਐਕਸਰਸਾਈਜ਼ ਕਰ ਰਹੇ ਹਾਂ ਤਾਂ ਉਹ ਫੂਡ ਨੂੰ ਡਾਈਜੈਸਟ ਕਰਨ ਵਾਸਤੇ ਵੀ ਬਲੱਡ ਚਾਹੀਦਾ। ਤੇ ਕਈ ਵਾਰੀ ਆਪਾਂ ਦੇਖਦੇ ਹਾਂ ਬੱਚੇ ਆਏ ਦੀ ਉਹਨੂੰ ਉਲਟੀ ਲੱਗ ਗਈ ਆ, ਫੇਂਟ ਹੋ ਗਿਆ, ਉਹਦਾ ਰੀਜ਼ਨ ਬੇਸਿਕਲੀ ਇਹ ਹੁੰਦਾ ਵੀ ਨਾ ਬਲੱਡ ਉੱਧਰ ਜਾ ਪਾਉਂਦਾ ਨਾ ਉੱਧਰ ਜਾ ਪਾਉਂਦਾ। ਤੇ ਇਸ ਕਰਕੇ ਘੰਟਾ ਡੇਢ ਘੰਟੇ ਦਾ ਗੈਪ ਜ਼ਰੂਰ ਦੇਣਾ ਚਾਹੀਦਾ। ਔਰ ਨੰਬਰ 2, ਜੇ ਆਪਾਂ ਚਾਹੁੰਦੇ ਹਾਂ ਵੀ ਇੱਕ ਫਿਟਨੈਸ ਵਾਲਾ ਬੰਦਾ, ਵੀ ਆਪਾਂ weight ਲੂਜ਼ ਕਰਨਾ ਸਪੋਜ਼ ਕਰੋ, ਤੇ ਟਰਾਈ ਕਰੋ ਵੀ ਜਿਹੜਾ ਰਾਤ ਦਾ ਖਾਣਾ ਬਹੁਤ ਜਲਦੀ ਖਾ ਲਓ। ਠੀਕ ਹੈ। ਔਰ ਤੁਹਾਨੂੰ ਜਿਹੜੀ ਸਵੇਰੇ ਤੁਸੀਂ ਚਾਹੇ ਵਾਕ ਕਰ ਰਹੇ ਹੋ ਜਾਂ ਕੁਝ ਵੀ ਐਕਸਰਸਾਈਜ਼ ਕਰ ਰਹੇ ਹੋ, ਉਹ 'ਚ 11 ਤੋਂ 13 ਘੰਟੇ ਦੀ ਫਾਸਟਿੰਗ ਹੋਵੇ, ਫਿਰ ਬਹੁਤ ਅੱਛੇ ਰਿਜ਼ਲਟ ਆਉਂਦੇ। ਫਿਰ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਊਗੀ, ਸਮਾਰਟ ਵਰਕ ਨਾਲ ਹੀ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਆ ਜਾਣੇ। ਤੇ ਦਿਨ ਦੇ ਵਿੱਚ ਆਪਾਂ ਡਾਈਟ ਨੂੰ ਕਿੰਨੀ ਕੈਟਾਗਰੀਜ਼ ਡਿਵਾਈਡ ਕਰ ਸਕਦੇ ਹਾਂ? ਸਰ ਮੇਰੇ ਹਿਸਾਬ ਨਾਲ ਮਿਨੀਮਮ ਕੋਈ ਵੀ ਬੰਦਾ, ਚਾਹੇ ਉਹਨੇ weight ਗੇਨ ਕਰਨਾ ਚਾਹੇ ਲੂਜ਼ ਕਰਨਾ, 6 ਮੀਲਸ ਅ ਡੇ ਹੋਣੇ ਚਾਹੀਦੇ। 6 ਮੀਲਸ ਅ ਡੇ ਹੋਣ। ਤੇ ਇਹ ਸ਼ੁਰੂਆਤ ਆਪਾਂ ਕਿੰਨੇ ਵਜੇ ਕਰੀਏ ਤੇ ਆਖਰੀ ਡਾਈਟ ਕਿੰਨੇ ਵਜੇ ਹੋਣੀ ਚਾਹੀਦੀ ਹੈ? ਦੇਖੋ, ਜਿਹੜਾ ਆਪਾਂ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਜੇ ਨਹੀਂ ਟਾਈਮ ਆ ਤਾਂ ਕਿਸੇ ਵੀ ਟਾਈਮ ਐਕਸਰਸਾਈਜ਼ ਲਾਓ। ਪ੍ਰੈਫਰੇਬਲੀ ਜੇ ਤੁਹਾਡੇ ਕੋਲ ਟਾਈਮ ਆ ਤਾਂ ਸਵੇਰੇ ਖਾਲੀ ਪੇਟ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਔਰ ਉਸ ਤੋਂ ਇਮੀਡੀਏਟਲੀ ਬਾਅਦ ਤੁਸੀਂ ਆਪਣਾ ਪਹਿਲਾ ਮੀਲ ਲੈ ਲਓ। ਜੇ ਤੁਸੀਂ weight ਲੂਜ਼ ਕਰਨਾ ਹੈ ਔਰ ਤੁਸੀਂ ਕਾਰਡੀਓ ਕਰਕੇ ਹਟੇ ਹੋ ਤਾਂ 1 ਘੰਟੇ ਦਾ ਗੈਪ ਦੇ ਦਿਓ। ਜੇ ਤੁਸੀਂ weight ਟ੍ਰੇਨਿੰਗ ਕਰਕੇ ਹਟੇ ਹੋ ਤਾਂ ਇਮੀਡੀਏਟਲੀ ਪਹਿਲਾ ਮੀਲ ਲੈ ਲਓ, ਔਰ ਟਰਾਈ ਕਰੋ ਉਹਦੇ 'ਚ ਪ੍ਰੋਟੀਨ ਤੇ ਕਾਰਬੋਹਾਈਡਰੇਟਸ ਦੋਨੋਂ ਹੀ ਹੋਣ। ਅੱਛਾ, ਤੁਸੀਂ ਜਿੱਦਾਂ ਦੱਸਿਆ ਸੀ ਕਿ ਪ੍ਰੀ ਵਰਕਆਊਟ ਦਾ ਕਈ ਵਾਰੀ ਇੱਦਾਂ ਦਾ ਨੈਗੇਟਿਵ ਇਫੈਕਟ ਹੁੰਦਾ ਹੈ ਕਿ ਬੋਡੀ ਉਸ ਚੀਜ਼ ਨੂੰ ਅਡੈਪਟ ਨਹੀਂ ਕਰ ਪਾਉਂਦੀ। ਅਕਸਰ ਅਸੀਂ ਸੋਸ਼ਲ ਸਾਈਟ 'ਤੇ ਆ ਚੀਜ਼ਾਂ ਦੇਖਦੇ ਵੀ ਹਾਂ ਕਿ ਵਰਕਆਊਟ ਕਰਦੇ ਹੋਏ, ਹੈਵੀ ਵਰਕਆਊਟ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਕੋਈ ਨੌਜਵਾਨ ਗਿਰ ਗਿਆ ਜਾਂ ਫਿਰ ਫੇਂਟ ਹੋ ਗਿਆ। ਕੀ ਰੀਜ਼ਨਸ ਨੇ, ਕੀ ਵਜ੍ਹਾ ਤੋਂ ਇਹ ਚੀਜ਼ਾਂ ਹੁੰਦੀਆਂ? ਇਹ ਜਿਹੜੇ ਸਪਲੀਮੈਂਟਸ ਦੀ ਇਹੀ ਰੀਜ਼ਨ ਹੈਗੇ, ਜਾਂ ਫਿਰ ਜਿਹੜੀ ਓਵਰ ਡਾਈਟਿੰਗ ਬਹੁਤ ਜ਼ਿਆਦਾ, ਜਾਂ ਕਈ ਵਾਰੀ ਕੰਪੀਟੀਸ਼ਨ ਵਾਸਤੇ ਲੋਕਾਂ ਨੇ ਬਹੁਤ ਦਿਨ ਪਾਣੀ ਛੱਡ ਦਿੰਦੇ ਆ, ਕਈ ਵਾਰੀ ਉਹ ਰੀਜ਼ਨ ਵੀ ਹੁੰਦੇ ਉਹਨਾਂ ਨਾਲ। ਤੇ ਮੈਂ ਤਾਂ ਇਹ ਦੇਖਿਆ ਵੀ ਜਿੰਨੀਆਂ ਵੀ ਬੋਡੀ ਬਿਲਡਿੰਗ 'ਚ ਕਿਤੇ ਡੈਥਸ ਹੁੰਦੀਆਂ, ਇਹ ਡਿਊ ਟੂ ਵਾਟਰ ਲੈਵਲ ਕਰਕੇ ਹੁੰਦੀ ਹੈ। ਤੇ ਉਹ ਆਪਣੇ ਆਪ ਨੂੰ ਸ਼ਾਰਪ ਕਰਨ ਵਾਸਤੇ ਕਈ ਵਾਰੀ ਡਾਇਰੈਟਿਕਸ ਲੈ ਕੇ ਇੰਨਾ ਪਾਣੀ 'ਚੋਂ ਪਾਣੀ ਕੱਢ ਦਿੰਦੇ ਆ, ਉਹਨਾਂ ਦੇ ਹਾਰਟ ਵਗੈਰਾ ਵੀ ਸਿੰਕ ਕਰ ਜਾਂਦੇ। ਤੇ ਜਿਹੜੀ ਲੈਕ ਆਫ ਨੌਲੇਜ ਹੈ, ਬਹੁਤ ਜ਼ਿਆਦਾ ਜਨੂਨ ਨਾਲ ਐਕਸਟ੍ਰੀਮ ਉਹਨੂੰ ਟੱਪ ਜਾਣਾ ਹੱਦ ਨੂੰ, ਉਹ ਇੱਕ ਰੀਜ਼ਨਸ ਹੈਗੇ। ਤੇ ਡਾਈਟ ਜਿਹੜੀ ਹੈਗੀ ਨਾ, ਉਹ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦੀ ਇੱਕ ਵੈਜੀਟੇਰੀਅਨ ਪਰਸਨ ਵਾਸਤੇ, ਕਿਉਂਕਿ ਅਗਰ ਉਹ ਪ੍ਰੋਟੀਨ ਨਹੀਂ ਲੈ ਰਿਹਾ, ਫਿਰ ਉਹ ਕਹਿੰਦੇ ਕਿ ਨਾਨ ਵੈਜ ਤੋਂ ਸਾਨੂੰ ਪ੍ਰੋਟੀਨ ਜਿਹੜਾ ਉਹ ਮਿਲ ਜਾਂਦਾ। ਲੇਕਿਨ ਇੱਕ ਵੈਜੀਟੇਰੀਅਨ ਪਰਸਨ ਵਾਸਤੇ ਪ੍ਰੋਟੀਨ ਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਕਿ ਅਗਰ ਇੱਕ ਹੈਲਦੀ ਲਾਈਫ ਸਟਾਈਲ ਨੂੰ ਫੋਲੋ ਕਰਨਾ ਹੈ ਤਾਂ ਉਹ ਕਰ ਸਕੇ? ਦੇਖੋ, ਉਹਦੇ 'ਚ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸਪਰੇਟੇ ਦੁੱਧ ਦਾ ਪਨੀਰ ਸਭ ਤੋਂ ਵਧੀਆ ਔਰ ਬਹੁਤ ਅੱਛੀ ਆਪਸ਼ਨ ਹੈਗੀ, ਠੀਕ ਹੈ ਨਾ। ਤੇ ਦੂਜਾ ਤੁਸੀਂ ਆਪਾਂ ਇਹ ਕਰ ਸਕਦੇ, ਜਿਵੇਂ ਆਪਾਂ ਕੋਈ ਵੀ ਫੂਡ ਮੀਲ ਖਾ ਰਹੇ ਹਾਂ, ਸਪੋਜ਼ ਕਰੋ ਆਪਾਂ ਦੁਪਹਿਰ ਦਾ ਲੰਚ ਕਰ ਰਹੇ ਹਾਂ ਜੀ, ਤੇ ਉਹਦੇ 'ਚ ਆਪਾਂ ਟਰਾਈ ਕਰੋ ਵੀ ਉਹਦੇ 'ਚ ਆਪਾਂ ਦਾਲ ਜ਼ਿਆਦਾ ਲੈ ਲਓ, ਰੋਟੀ ਘੱਟ ਖਾ ਲਓ, ਤਾਂ ਕਿ ਦਾਲਾਂ 'ਚ ਕੁਛ ਤਾਂ ਆਪਾਂ ਨੂੰ ਪ੍ਰੋਟੀਨ ਮਿਲ ਰਿਹਾ। ਤੇ ਜਿਹੜਾ ਆਪਾਂ ਜੇ ਆਪਾਂ ਫਿਰ ਵੀ ਹੰਗਰ ਪੈਂਗਸ ਹੁੰਦੇ ਤਾਂ ਸੈਲਡ ਤੇ ਸਬਜ਼ੀ ਵਧਾ ਦਿਓ। ਸੈਲਡ ਸਬਜ਼ੀ 'ਚ ਆਪਣੇ ਕਾਰਬੋਹਾਈਡਰੇਟ ਬਹੁਤ ਘੱਟ ਹੁੰਦੇ ਆ, ਆਲਮੋਸਟ ਜੇ ਆਪਾਂ 1 ਕਿਲੋ ਵੀ ਖਾਈਏ ਤਾਂ ਉਹਦੇ 40 ਗ੍ਰਾਮ ਆਏ ਆ, 1.5 ਰੋਟੀ ਦੇ ਬਰਾਬਰ। ਤੇ ਆਪਾਂ ਇਸ ਤਰ੍ਹਾਂ ਵੀ ਉਹਨੂੰ ਥੋੜਾ ਕੰਪਨਸੇਟ ਕਰ ਸਕਦੇ ਹਾਂ। ਜੇ ਹੋਰ ਤੁਸੀਂ ਕਰਨਾ ਤਾਂ ਵੇ ਪ੍ਰੋਟੀਨ ਐਡ ਕਰ ਸਕਦੇ ਹੋ। ਅੱਛਾ, ਤੇ ਵੇ ਪ੍ਰੋਟੀਨ ਔਰ ਇੱਕ ਨਾਰਮਲ ਪ੍ਰੋਟੀਨ, ਇਹਨਾਂ ਦੇ ਵਿੱਚ ਤਾਂ ਬੇਸਿਕ ਫਰਕ ਕੀ ਹੈ? ਸਰ ਇਹ ਹੈ ਵੀ ਵੇ ਪ੍ਰੋਟੀਨ 'ਚ ਆਪਾਂ ਅੱਜ ਕੱਲ੍ਹ 3 ਤਰ੍ਹਾਂ ਨਾਲ ਗਿਣਦੇ ਆ, ਕੰਸਨਟਰੇਟ, ਆਈਸੋਲੇਟ ਤੇ ਹਾਈਡਰੋ ਵੇ। ਤੇ ਤਿੰਨਾਂ 'ਚ ਇਹ ਹੈ ਵੀ ਉਹਨਾਂ ਉਹ ਰਿਫਾਈਨ ਹੁੰਦਾ ਜਾਂਦਾ। ਤੇ ਮੇਰਾ ਇਹ ਮੰਨਣਾ ਵੀ ਜਿਹੜਾ ਬੰਦਾ ਕੰਪੀਟ ਨਹੀਂ ਕਰ ਰਿਹਾ, ਇੱਕ ਆਮ ਬੰਦਾ,
ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਕਿਹੜਾ ਲੈ ਰਹੇ ਹੋ। ਆਮ ਕਈ ਵਾਰੀ ਆਪਾਂ ਦੇਖਦੇ ਹਾਂ ਮਾਰਕੀਟ 'ਚ ਵਿਕ ਰਿਹਾ ਵੀ 0 ਕਾਰਬਸ ਹੈ ਇਹਦੇ 'ਚ, ਤੇ ਜਿਹੜਾ ਬੰਦਾ ਆਮ ਰੋਟੀਆਂ ਖਾ ਰਿਹਾ ਨਾਲ ਫਰੂਟ ਖਾ ਰਿਹਾ, ਉਹਨੇ 0 ਕਾਰਬਸ ਪ੍ਰੋਟੀਨ ਲੈ ਵੀ ਲਿਆ, ਉਹਦਾ ਖਾਦਾ ਨਾ ਖਾਦਾ ਇੱਕ ਬਰਾਬਰ ਹੈ। ਉਹਨਾਂ ਉਨੀਆਂ ਉੱਥੇ ਰੋਟੀਆਂ 'ਚੋਂ ਕਾਰਬਸ ਲੈ ਲਏ। ਇਹ ਉਹ ਗੱਲਾਂ ਹੈ ਵੀ ਜਿਹੜੀਆਂ ਵਰਲਡ ਲੈਵਲ ਤੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਜਾ ਰਹੇ ਹੋ, ਬਹੁਤ ਬਰੀਕੀ 'ਚ ਤੁਸੀਂ ਕਾਰਬਸ ਲੈ ਹੀ ਨਹੀਂ ਰਹੇ, ਤਾਂ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ ਮੈਂ ਕਿਹੜਾ ਪ੍ਰੋਟੀਨ ਲੈਣਾ। ਅਦਰਵਾਈਜ਼ ਤੁਸੀਂ ਜਿਹੜਾ ਤੁਹਾਨੂੰ ਰੀਜ਼ਨੇਬਲ, ਤੁਹਾਨੂੰ ਜੈਨੂਅਨ ਲੱਗਦਾ, ਬਸ ਥੋੜਾ ਜਿਹਾ ਇਹ ਜ਼ਰੂਰ ਦੇਖ ਲਓ ਵੀ ਉਹ ਥੋੜਾ ਕੋਈ ਮਿਲਾਵਟੀ ਨਾ ਹੋਵੇ। ਕਈ ਵਾਰੀ ਦੇਖਣ 'ਚ ਕੀ ਆਇਆ ਕਿ ਮਿਲਕ ਪ੍ਰੋਟੀਨ 'ਚ ਕੁਝ ਹੋਰ ਮੈਡੀਸਿਨ ਵਗੈਰਾ ਪਾ ਕੇ ਰਿਜ਼ਲਟ ਦੇਣ ਨੂੰ ਉਹਨੂੰ ਤੁਸੀਂ ਪ੍ਰੋਟੀਨ ਕਹਿ ਕੇ ਵੇਚ ਰਹੇ ਹੋ, ਉਹੋ ਜਿਹੀ ਚੀਜ਼ ਤੋਂ ਬਚੋ ਥੋੜਾ। ਅੱਛਾ, ਤੇ ਇੱਕ ਨਾ ਅੱਜ ਕੱਲ weight lose ਕਰਨ ਵਾਸਤੇ ਨਾ ਕੀਟੋ ਡਾਈਟ ਦਾ ਬੜਾ ਹੀ ਟ੍ਰੈਂਡ ਹੈ ਕਿ ਕੀਟੋ ਡਾਈਟ ਐਕਚੁਅਲ 'ਚ ਕੀ ਹੈ? ਕੀਟੋ ਡਾਈਟ ਕੀ ਫਾਇਦਾ ਕੀ ਨੁਕਸਾਨ? ਜੀ ਇਦਾਂ ਹੈ ਕਿ ਕੀਟੋ ਡਾਈਟ ਬੇਸਿਕਲੀ ਇਹ ਹੈ ਵੀ ਜਦੋਂ ਆਪਾਂ 3 ਦਿਨ ਕੋਈ ਵੀ ਕਾਰਬੋਹਾਈਡਰੇਟ ਨਹੀਂ ਖਾਂਦੇ, ਕੱਲਾ ਪ੍ਰੋਟੀਨ ਤੇ ਫੈਟ ਤੇ ਆ, ਤਾਂ ਆਲਮੋਸਟ ਤੀਜੇ ਦਿਨ ਤੋਂ ਬਾਅਦ ਨਾ ਬੋਡੀ ਨੂੰ એનર્ਜੀ ਤਾਂ ਚਾਹੀਦੀ ਹੈ। ਦੇਖੋ ਉਹਦੀ ਨਾ ਸਵਿਚ ਹੋ ਜਾਂਦਾ ਕਿ ਉਹ ਕਾਰਬੋਹਾਈਡਰੇਟ ਤੋਂ, ਬੋਡੀ ਦੀ ਪਹਿਲੀ ਪ੍ਰੈਫਰੈਂਸ ਹੈ ਗਲੂਕੋਸ, ਕਾਰਬੋਹਾਈਡਰੇਟਸ। ਜਦੋਂ 3 ਦਿਨ ਤੱਕ ਉਹਨੂੰ ਨਹੀਂ ਮਿਲਣਗੇ ਨਾ ਜੀ, ਤਾਂ ਉਹ ਸਟੋਰਡ ਫੈਟ ਨੂੰ ਐਜ਼ ਏ એનર્ਜੀ ਯੂਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਇਹ ਦੇਖਣ 'ਚ ਜਿੰਨੀ ਸੌਖੀ ਲੱਗ ਰਹੀ ਹੈ, ਇਹ ਕਈ ਵਾਰੀ ਬੜੇ ਗਲਤ ਰਿਜ਼ਲਟ ਵੀ ਆ ਜਾਂਦੇ ਆ, ਕਿਉਂਕਿ ਜਿਹੜਾ ਆਪਣਾ ਬ੍ਰੇਨ ਹੈ ਨਾ ਜੀ, ਇਹ ਆਪਣਾ ਕਾਰਬੋਹਾਈਡਰੇਟ ਤੋਂ ਬਿਨਾਂ ਕਿਸੇ ਚੀਜ਼ ਤੇ ਕੰਮ ਨਹੀਂ ਕਰਦਾ। ਜਿਹੜੇ ਤਾਂ ਬਹੁਤ ਹੰਡੇ ਹੋਏ ਬੋਡੀ ਬਿਲਡਰ ਹੈ, ਸਪੋਰਟਸਮੈਨ ਹੈ, ਉਹ ਤਾਂ ਇੰਨੇ ਕੁ ਧੱਕੇ ਖਾ ਚੁੱਕੇ ਹੁੰਦੇ ਆ, ਉਹਨਾਂ ਨੇ ਆਪਣੀ ਬੋਡੀ ਨੂੰ ਇੰਨਾ ਸਰਵਾਈਵ ਕਰ ਲਿਆ ਹੁੰਦਾ ਕਿ ਉਹ ਸਰਵਾਈਵ ਕਰ ਜਾਂਦੇ ਆ। ਆਮ ਬੰਦਾ ਜੇ ਤੁਸੀਂ ਨਵੇਂ ਨੂੰ ਕਿਸੇ ਨੂੰ ਕਹੋਗੇ ਤਾਂ ਮਨ ਲੱਗਦਾ ਉਹ ਫੇਂਟ ਹੋ ਜਾਊਗਾ, ਜਾਂ ਉਹਦਾ ਮਨ ਲੱਗਦਾ ਉਹ ਕੋਮਾ 'ਚ ਵੀ ਜਾ ਸਕਦਾ, ਉਹਦੀ ਸ਼ੂਗਰ ਬਿਲਕੁਲ ਲੋ ਹੋ ਜਾਊਗੀ। ਤੇ ਜੇ ਕਿਤੇ ਤੁਸੀਂ ਕੁਝ ਹੈ, ਮੈਂ ਨਹੀਂ ਕਹਿੰਦਾ ਕੀਟੋ ਡਾਈਟ ਗਲਤ ਹੈ, ਜੇ ਤੁਸੀਂ ਇਦਾਂ ਦੇ ਤੇ ਜਾਣਾ ਤਾਂ ਸਟੈਪ ਬਾਈ ਸਟੈਪ, ਪਹਿਲਾਂ ਥੋੜੇ ਕਾਰਬਸ ਘਟਾਓ, ਫਿਰ ਥੋੜੇ ਹੋਰ ਘਟਾਓ, ਇੱਕਦਮ ਇਦਾਂ ਦਾ ਸਟੈਪ ਨਾ ਲਓ। ਅੱਛਾ, ਤੁਸੀਂ ਜਿਸ ਤਰ੍ਹਾਂ ਦੀ ਨੌਲੇਜ ਰੱਖਦੇ ਹੋ, ਸਿਰਫ ਖੁਦ ਨੂੰ ਤਿਆਰ ਕੀਤਾ ਜਾਂ ਅੱਗੇ ਵੀ ਕਿਸੇ ਨੂੰ ਬੋਡੀ ਬਿਲਡਿੰਗ ਵਾਸਤੇ ਤਿਆਰ ਕੀਤਾ? ਅਗਰ ਤਿਆਰ ਕੀਤਾ ਤਾਂ ਕਿਸ ਲੈਵਲ ਤੱਕ ਤਿਆਰ ਕੀਤਾ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਮੈਨੂੰ ਬੋਡੀ ਬਿਲਡਿੰਗ ਦਾ ਬਹੁਤ ਜਨੂਨ ਸੀਗਾ ਔਰ ਬਹੁਤ ਸ਼ੌਕ ਸੀਗਾ, ਤੇ ਉਹ ਮਤਲਬ ਕਿ ਪਾਗਲਪਨ ਦੀ ਹੱਦ ਤੱਕ ਸੀਗਾ। ਨੰਬਰ 2, ਮੈਂ ਜੈਨੇਟਿਕਲੀ ਸਟਰੋਂਗ ਨਹੀਂ ਸੀਗਾ, ਤੇ ਉਹ ਮੈਂ ਬਣਨਾ ਜ਼ਰੂਰ ਸੀਗਾ, ਤੇ ਮੈਂ ਨੌਲੇਜ ਇਕੱਠੀ ਕਰਦਾ ਰਿਹਾ, ਸੈਲਫ ਐਕਸਪੈਰੀਮੈਂਟ ਕਰਦਾ ਰਿਹਾ, ਤੇ ਉਹੀ ਅੱਜ ਜਿਹੜੇ ਮੇਰੇ ਨਾਲ ਜੁੜੇ ਹੋਏ ਯੰਗਸਟਰਸ ਉਹਨਾਂ ਦੇ ਕੰਮ ਆਉਂਦੇ ਬਹੁਤ। ਤੇ 2-3 ਮੁੰਡੇ ਮੇਰੇ ਕੋਲ, ਇੱਕ ਬਲਵਿੰਦਰ ਹੈਗਾ ਹੁਸ਼ਿਆਰਪੁਰ ਦਾ, ਇੱਕ ਸੁਖਵਿੰਦਰ ਹੈ, ਜਿਨ੍ਹਾਂ ਨੇ ਕਿ ਇੰਟਰਨੈਸ਼ਨਲ ਲੈਵਲ ਤੇ ਕਈ ਕੰਟੈਸਟ ਜਿੱਤੇ ਆ, ਮਿਸਟਰ ਇੰਡੀਆ ਕਈ ਮੁੰਡੇ ਜਣੇ ਬਣੇ ਆਪਣੇ 'ਚ। ਅੱਛਾ, ਬਾਕੀ weight lose ਤਾਂ ਆਪਣੇ ਕੋਲ ਬਹੁਤ ਬੰਦਿਆਂ ਨੇ ਕੀਤਾ, ਜਿਨ੍ਹਾਂ ਨੇ 50-50 ਕਿਲੋ weight lose ਕੀਤਾ ਹੈ। ਤੇ ਬੋਡੀ ਬਿਲਡਿੰਗ ਤਾਂ ਚਲੋ ਇੱਕ ਪਾਰਟ ਜ਼ਿੰਦਗੀ ਦਾ ਹੈ ਹੀ ਹੈ, ਇਸ ਤੋਂ ਇਲਾਵਾ ਜ਼ਿੰਦਗੀ ਵਿੱਚ ਕੀ ਪੈਸ਼ਨ ਹੈ? ਕਿਸ ਤਰ੍ਹਾਂ ਆਪਾਂ ਆਪਣੀ ਬਾਕੀ ਦੀ ਜਿਹੜੀ ਦਿਨਚਰਿਆ ਜਾਂ ਬਾਕੀ ਰੂਟੀਨ ਉਹ ਚੱਲਦੀ ਹੈ? ਜੀ ਇੱਦਾਂ ਹੋਇਆ ਕਿ 2007 'ਚ ਮੈਂ ਵਰਲਡ ਚੈਂਪੀਅਨ ਬਣਿਆ ਨਾ ਜਦੋਂ, ਤੇ ਉਸ ਤੋਂ ਬਾਅਦ ਫਿਰ ਮੈਂ ਐਲੀਜੀਬਲ ਹੋ ਗਿਆ ਇਹਨਾਂ ਦੀ ਪ੍ਰੋਫੈਸ਼ਨਲ ਸੀਰੀਜ਼ ਵਾਸਤੇ, ਮਸਲਮੇਨੀਆ ਦੀ। 2008 'ਚ ਮੈਂ ਉੱਥੇ ਜਾਣਾ ਸੀਗਾ, ਤੇ ਮੇਰੀ ਬਦਕਿਸਮਤੀ, ਮੈਂ ਮਹੀਨਾ ਕੁ ਪਹਿਲਾਂ ਨਾ ਜੀ ਬਿਮਾਰ ਹੋ ਗਿਆ। ਬਿਮਾਰ ਹੋਇਆ ਤੇ ਮੈਂ ਜਨੂਨ ਸੀਗਾ, ਆਪੇ ਮੈਂ ਦਵਾਈ ਖਾ ਕੇ ਐਕਸਰਸਾਈਜ਼ ਲਾਉਂਦਾ ਰਿਹਾ, ਜਦ ਕਿ ਸੀਗਾ ਮੈਨੂੰ ਡੇਂਗੂ। ਜਦ ਤੱਕ ਮੈਨੂੰ ਪਤਾ ਲੱਗਦਾ ਉਹ ਬਹੁਤ ਸਵੀਅਰ ਹੋ ਗਿਆ ਸੀ, ਤੇ ਫਿਰ ਮੈਂ 6 ਮਹੀਨੇ ਮਤਲਬ ਕਿ ਬੈੱਡ ਤੇ ਰਿਹਾ, ਆਲਮੋਸਟ ਬਹੁਤ ਬੁਰਾ ਹਾਲ ਰਿਹਾ। ਫਿਰ ਮੈਨੂੰ ਬੋਡੀ ਬਿਲਡਿੰਗ ਛੱਡਣੀ ਪੈ ਗਈ, ਤੇ ਉਹ ਛੱਡਣ ਤੋਂ ਬਾਅਦ ਫਿਰ ਮੈਂ 2-3 ਸਾਲ ਬੜਾ ਡਿਪਰੈਸ਼ਨ 'ਚ ਰਿਹਾ, ਕਿਉਂਕਿ ਮੈਂ ਬੋਡੀ ਬਿਲਡਿੰਗ ਹੀ ਜੀ ਸੀ। ਮੈਨੂੰ ਐਂ ਲੱਗਦਾ ਸੀ ਮੈਂ ਮਰਦੇ ਦਮ ਤੱਕ ਕੰਪੀਟ ਕਰਾਂਗਾ, ਬੋਡੀ ਬਿਲਡਿੰਗ ਕਰਾਂਗਾ। ਜਿਹੜਾ ਬੋਡੀ ਬਿਲਡਿੰਗ ਬੈਕ ਸਟੇਜ ਤੇ ਜਿਹੜਾ ਉਹ ਬਾਮ ਲਾਉਂਦੇ ਆਪਾਂ, ਤੇਲ ਲਾਉਂਦੇ, ਜਿਹੜੀ ਉਹ ਖੁਸ਼ਬੂ ਮੈਨੂੰ ਬਹੁਤ ਰਾਊਜ਼ ਕਰਦੀ ਸੀ, ਮਤਲਬ ਕਿ ਉਹ ਬਹੁਤ ਜੋਸ਼ ਦਿੰਦੀ ਸੀ। ਮੈਂ ਉਹਨਾਂ ਚੀਜ਼ਾਂ ਨੂੰ ਬਹੁਤ ਮਿਸ ਕਰਦਾ ਸੀਗਾ। ਤੇ ਫਿਰ ਮੇਰਾ ਹੌਲੀ ਹੌਲੀ ਨਾ ਝੁਕਾਨ ਰਾਈਡਿੰਗ ਵੱਲ ਨੂੰ ਹੋਣ ਲੱਗ ਗਿਆ। ਮੈਨੂੰ ਬਾਈਕਸ ਦਾ ਵੀ ਬਹੁਤ ਪਹਿਲਾਂ ਤੋਂ ਪੈਸ਼ਨ ਸੀਗਾ, ਬੁਲਟ ਮੈਂ ਹਮੇਸ਼ਾ ਰੱਖਦਾ ਸੀਗਾ। ਫਿਰ ਮੈਂ ਹਾਰਲੇ ਡੇਵਿਡਸਨ ਲਿੱਤਾ ਜੀ, ਤੇ ਜਦੋਂ ਤੋਂ ਮੈਂ ਹਾਰਲੇ ਲਿਆ ਤੇ ਬੋਡੀ ਬਿਲਡਿੰਗ ਨੂੰ ਮੈਂ ਫਿਰ ਬੜੀ ਖੁਸ਼ੀ ਨਾਲ ਅਡਾਪਟ ਕੀਤਾ। ਹੁਣ ਮੈਂ ਉਸ ਵੇ ਨਾਲ ਕਿ ਮੈਂ ਯੰਗਸਟਰ ਨੂੰ ਤਿਆਰ ਕਰਦਾ, ਉਹਨਾਂ ਨੂੰ ਨੌਲੇਜ ਦਿੰਦਾ, ਆਪਣੀ ਐਕਸਰਸਾਈਜ਼ ਨਾਲ, ਤੇ ਮੈਂ ਬਹੁਤ ਲੰਬੀ ਰਾਈਡਸ ਕਰਦਾ। ਉਹ ਮੈਂ ਇੱਕ ਤਰ੍ਹਾਂ ਨਾਲ ਮੈਨੂੰ ਐਂ ਲੱਗਦਾ ਵੀ ਲੰਬੀ ਰਾਈਡ ਇੱਕ ਮੈਡੀਟੇਸ਼ਨ ਹੈ, ਮੈਂ ਉਹ 'ਚ ਬਹੁਤ ਇੰਜੋਏ ਕਰਦਾ। ਹਾਂ, ਮਤਲਬ ਉਹੀ ਦੇਖੋ, ਪੈਸ਼ਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇੱਕ ਮੈਡੀਟੇਸ਼ਨ ਦੇ ਬਰਾਬਰ ਹੀ ਹੁੰਦਾ। ਤੇ ਇਹੀ ਪੈਸ਼ਨ ਜਿਹੜਾ ਹੈਗਾ ਨਾ, ਜਿਹੜੇ ਅੱਜ ਕੱਲ੍ਹ ਇੱਕ ਨਾਰਮਲ ਵਰਕ ਰੂਟੀਨ ਤੇ ਜਾ ਰਿਹਾ ਪਰਸਨ, ਉਹਦੇ ਵਾਸਤੇ ਅਟੇਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਫੋਰ ਐਗਜ਼ਾਮਪਲ ਇੱਕ ਆਫਿਸ ਪਰਸਨ ਹੈਗਾ, ਉਹਦੇ ਵਾਸਤੇ ਇੰਨਾ ਵਕਤ ਨਹੀਂ ਨਿਕਲ ਪਾਉਂਦਾ, ਕਿਉਂਕਿ ਸ਼ਾਇਦ ਟਾਈਮਿੰਗ ਕੰਮ ਦੀ ਇੰਨੀ ਜ਼ਿਆਦਾ ਹੁੰਦੀ ਕਿ ਉਹ ਵਰਕਆਊਟ ਨੂੰ ਜਾਂ ਆਪਣੀ ਇੱਕ ਕਸਰਤ ਨੂੰ ਟਾਈਮ ਦੇ ਸਕੇ। ਉਹ ਪਰਸਨ ਵਾਸਤੇ ਕਿਸ ਤਰ੍ਹਾਂ ਆਪਣੀ ਹੈਲਥ ਨੂੰ ਮੇਨਟੇਨ ਕੀਤਾ, ਅਗਰ ਐਕਸਰਸਾਈਜ਼ ਰੂਟੀਨ ਕਰਨੀ ਵੀ, ਹਫਤੇ 'ਚ ਕਿੰਨੇ ਦਿਨ ਜਿਮ ਜਾ ਕੇ ਵੀ ਆਪਣੇ ਆਪ ਨੂੰ ਬੈਲੈਂਸ ਕਰ ਸਕਦਾ ਹੈਗਾ, ਜਾਂ ਕੀ ਤੁਸੀਂ ਇਨਸਟਰਕਸ਼ਨਸ ਦੇਣਾ ਚਾਹੋਗੇ? ਜੀ ਜੇ ਤੁਸੀਂ 2 ਜਾਂ 3 ਦਿਨ ਵੀ ਵੇਟ ਟ੍ਰੇਨਿੰਗ ਕਰ ਲੈਂਦੇ ਹੋ ਨਾ ਜੀ, ਤੇ 2-3 ਦਿਨ ਕਾਰਡੀਓ ਸੈਸ਼ਨ ਕਰ ਲੈਂਦੇ ਹੋ, ਤਾਂ ਮੋਰ ਦੈਨ ਸਫੀਸ਼ੀਐਂਟ ਹੈ ਫਿਟਨੈਸ ਵਾਸਤੇ। ਬਾਕੀ ਵੀ ਆਪਾਂ ਨੂੰ ਟਾਈਮ ਨਹੀਂ ਮਿਲ ਪਾ ਰਿਹਾ, ਇਹ ਇੱਕ ਐਕਸਕਿਊਜ਼ ਹੈ। ਤੇ ਜੇ ਮੈਂ ਤੁਹਾਨੂੰ ਆਪਣਾ ਦੱਸਾਂ, ਜਦੋਂ ਮੈਂ ਕੰਪੀਟ ਕਰਦਾ ਸੀਗਾ, ਉਦੋਂ ਤਾਂ ਮੈਨੂੰ ਕੋਈ ਨਹੀਂ ਸੀ ਜਾਣਦਾ, ਕੋਈ ਮੇਰੇ ਕੋਲ ਸੋਰਸ ਨਹੀਂ, ਈਵਨ ਇਨਕਮ ਦੇ ਵੀ ਸੋਰਸ ਨਹੀਂ ਸੀਗੇ। ਤੇ ਮੈਂ ਕਈ ਵਾਰੀ ਕਿਸੇ ਜਿਮ 'ਚ ਜਾਣਾ ਕੋਈ ਹੈਲਪ ਦੇ ਤੌਰ ਤੇ, ਤਾਂ ਮੈਂ ਸਵੇਰੇ ਉੱਠ ਕੇ ਪਹਿਲਾਂ ਆਪਣੀ 2-2.5 ਘੰਟੇ ਦੀ ਸਾਈਕਲਿੰਗ ਕਰਕੇ ਆਣੀ, ਰੋਡ ਸਾਈਕਲਿੰਗ, ਐਗਸ ਬੋਇਲ ਕਰਨੇ, ਕਿਉਂਕਿ ਸਾਡੇ ਘਰੇ ਨਹੀਂ ਸਿਖਾਉਂਦੇ, ਫਿਰ ਜਿਮ ਲਾਣਾ, ਫਿਰ ਮੈਂ ਆਫਿਸ ਜਾਣਾ,
ਫਿਰ ਲੰਚ ਟਾਈਮ 'ਚ ਮੈਂ ਆ ਕੇ ਫਿਰ ਛੋਟੇ ਮੋਟੀਆਂ ਜਿੱਦਾਂ ਕਾਫਸ ਐਬਸ ਦੀਆਂ ਐਕਸਰਸਾਈਜ਼ਾਂ ਇਹ ਟ੍ਰੇਨਿੰਗ ਕਰਨਾ, ਸ਼ਾਮ ਨੂੰ ਫਿਰ ਟ੍ਰੇਨਿੰਗ ਕਰਨੀ। ਤੇ ਟਾਈਮ ਤਾਂ ਜੀ ਦੇਖੋ ਮੇਨ ਤਾਂ ਇਹ ਹੈ ਵੀ ਤੁਹਾਡਾ ਪੈਸ਼ਨ ਹੈ। ਹੁਣ ਇਸੇ ਗੱਲ ਤੇ ਵੀ ਜਿਵੇਂ ਕਈ ਵਾਰੀ ਮੇਰੇ ਕੋਲ ਬੰਦੇ ਆ ਜਾਂਦੇ, ਮੈਂ weight lose ਕਰਨਾ ਜੀ ਬਹੁਤ, ਮੈਂ ਪੁੱਛਦਾ ਵੀ ਕਿੰਨਾ ਸੀਰੀਅਸ ਹੈ, ਉਹ ਕਹਿੰਦਾ ਜੀ ਬਹੁਤ ਸੀਰੀਅਸ ਹੈ। ਫਿਰ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਅੱਜ ਤੱਕ ਕੀ ਕੀਤਾ ਇਹਦੇ ਵਾਸਤੇ, ਤੁਸੀਂ ਆਪ ਕੁਝ ਕਰਿਆ? ਤੇ ਗੱਲ ਤਾਂ ਉਹੀ ਹੈ ਨਾ ਵੀ ਜੇ ਤੁਹਾਨੂੰ ਪੈਸ਼ਨ ਹੈ ਤੁਸੀਂ ਕੀ ਕਰ ਰਹੇ ਹੋ ਉਹਦੇ ਵਾਸਤੇ, ਕਿੰਨਾ ਪਿਆਰ ਹੈ ਤੁਹਾਨੂੰ ਉਸ ਚੀਜ਼ ਨਾਲ। ਚਾਹੇ ਇਕੱਲੀ ਗੇਮ ਦੀ ਗੱਲ ਨਹੀਂ ਹੈ ਜੀ, ਕੋਈ ਵੀ, ਮੇਰਾ ਤਾਂ ਇਹ ਮੰਨਣਾ ਜੀ ਯੰਗਸਟਰ ਵਾਸਤੇ ਵੀ ਕੋਈ ਨਾ ਕੋਈ ਤਾਂ ਤੁਹਾਡੀ ਐਸੀ ਉਹ ਹੋਣੀ ਚਾਹੀਦੀ ਹੈ ਪੈਸ਼ਨ ਜਿਹਦੇ 'ਚ ਤੁਸੀਂ ਪੂਰੀ ਜ਼ਿੰਦਗੀ ਆਪਣਾ ਸਾਰਾ ਕੁਝ ਲਾ ਦਿਓ। ਇਹੋ ਜਿਹਾ ਕੋਈ ਸ਼ੌਕ, ਕੋਈ ਐਸੀ ਮਾਸਟਰੀ ਤੁਹਾਡੀ। ਅਗਰ ਇਨਸਾਨ ਮੰਨੋ ਕਿ ਜਿਮ ਨਹੀਂ ਜਾ ਪਾ ਰਿਹਾ ਹੈਗਾ ਤੇ ਕਿਸ ਤਰ੍ਹਾਂ ਦੀ ਰੂਟੀਨ ਆਪਾਂ ਫੋਲੋ ਕਰ ਸਕਦੇ, ਜਿੱਦਾਂ ਕਿ ਕਈਆਂ ਨੂੰ ਨੈਕ ਪੇਨ, ਸਰਵਾਈਕਲ ਜਾਂ ਛੋਟੀ ਮੋਟੀ ਇਦਾਂ ਦੀ ਬਿਮਾਰੀਆਂ ਹੋ ਜਾਂਦੀਆਂ ਹੈਗੀਆਂ, ਬੈਕ ਏਕ ਹੋ ਜਾਂਦੀ ਹੈ, ਜਿਮ ਉਹਦੇ ਕਰਕੇ ਨਹੀਂ ਜਾ ਪਾ ਰਹੇ, ਕੀ ਆਪਾਂ ਰੂਟੀਨ ਆਪਾਂ ਘਰ ਵਿੱਚ ਫੋਲੋ ਕਰ ਸਕਦੇ ਹਾਂ ਜਿਹਦੇ ਨਾਲ ਕਿ ਆਪਾਂ ਇਹਨਾਂ ਤੋਂ ਵੀ ਥੋੜਾ ਛੁਟਕਾਰਾ ਪਾ ਸਕੀਏ? ਦੇਖੋ ਬੈਕ ਏਕ ਦੀ ਤੁਸੀਂ ਗੱਲ ਕਰੀ ਨਾ, ਕਈ ਮੇਰੇ ਕੋਲ ਆਉਂਦੇ ਆ ਜੀ, ਜਿੱਦਾਂ ਉਹ ਡਾਕਟਰੀ ਲੈਂਗੁਏਜ ਕਰਦੇ L4 ਇਹ ਵਗੈਰਾ, ਤਾਂ ਮੇਰਾ ਮੰਨਣਾ ਵੀ ਬੈਕ ਪੇਨ ਦਾ ਸਭ ਤੋਂ ਪਹਿਲਾ ਰੀਜ਼ਨ ਤਾਂ ਲੇਜ਼ੀਨੈਸ ਹੈ। ਨੰਬਰ 2 ਤੁਹਾਡਾ ਜਿਹੜਾ ਓਵਰਵੇਟ ਹੈ, ਕਿਉਂਕਿ ਜਿੰਨਾ ਆਪਣਾ ਸਟਮਕ ਤੇ ਫੈਟ ਹੋਊਗੀ ਨਾ ਜੀ, ਉਹਨੇ ਆਪਣੇ ਲੋਅਰ ਬੈਕ ਦੇ ਮਸਲ ਟਾਈਟ ਰਹਿਣਗੇ। ਪਹਿਲਾ ਰੀਜ਼ਨ ਤਾਂ ਇਹ ਹੈ। ਉਹ ਜਦੋਂ ਕੰਟੀਨਿਊ ਇਦਾਂ ਟਾਈਟ ਰਹਿੰਦੇ, ਜਿੱਦਣ ਕਿਤੇ ਉਹਨਾਂ ਦੇ ਸਟ੍ਰੈਸ ਪੈਂਦਾ ਨਾ ਜੀ, ਉਹ ਇੰਜਰੀ ਹੋ ਜਾਂਦੀ ਹੈ। ਠੀਕ ਹੈ, ਤੇ ਉਸ ਜਗ੍ਹਾ ਦੀ ਕੋਈ ਵਰਕਆਊਟ ਤਾਂ ਆਪਾਂ ਹੋ ਨਹੀਂ ਰਹੀ ਲੋਅਰ ਬੈਕ ਦੀ, ਤੇ ਉਹ ਇੰਜਰੀ ਰਿਕਵਰ ਹੋਣ ਨੂੰ ਬਹੁਤ ਦੇਰ ਹੋ ਜਾਂਦੀ ਹੈ। ਉਹ ਕਈ ਵਾਰੀ ਫਿਰ ਉਹਨਾਂ ਦੀ ਉਹ ਬਸ ਪੱਕਾ ਹੀ ਹੋ ਜਾਂਦਾ। ਤੇ ਮੇਰਾ ਮੰਨਣਾ ਵੀ ਜੇ ਤੁਸੀਂ weight lose ਕਰੋਗੇ ਤਾਂ ਬੈਕ ਪੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਤੇ ਨੰਬਰ 2 ਵੀ ਜੇ ਤੁਸੀਂ ਘਰੇ ਵਰਕਆਊਟ ਕਰਨਾ ਚਾਹੁੰਦੇ ਹੋ ਤਾਂ ਇੱਕ ਮੈਂ ਸਿੰਪਲ ਜਿਹਾ ਦੱਸਦਾ, ਜੇ ਤੁਸੀਂ ਬਾਹਰ ਵੀ ਨਹੀਂ ਜਾ ਸਕਦੇ ਨਾ ਜੀ, ਇੱਕ ਆਪਾਂ ਜਿਵੇਂ ਸਕੂਲ 'ਚ ਸਿੰਪਲ PT ਕਰਦੇ ਸੀ, ਤੁਸੀਂ ਹੌਲੀ ਹੌਲੀ ਵਧਾਉਂਦੇ ਇੱਕ ਵਾਰੀ 'ਚ 100 PT ਲਾਓ, 100 ਦੇ 10 ਸੈੱਟ ਲਾ ਦਿਓ। ਤੇ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਪੁਸ਼ਅਪਸ ਲਾ ਲਓ, ਬੈਠਕਾਂ ਲਾ ਲਓ, ਇੱਕ ਦਾ ਪੇਅਰ ਡੰਬਲ ਰੱਖ ਲਓ। ਤੇ ਕਦੇ ਵੀ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ। ਕੁਝ ਐਕਸਰਸਾਈਜ਼ਾਂ ਮੈਂ ਐਸੀਆਂ ਦੱਸ ਦਾਂਗਾ ਜਿਹੜੀਆਂ ਤੁਸੀਂ ਘਰੇ ਕਰ ਸਕਦੇ ਹੋ। ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਸੈਰ ਨੂੰ ਜਾਂ ਉਹਨੂੰ ਮੰਨਦੇ ਹਾਂ ਵੀ ਰਨਿੰਗ ਨੂੰ, ਮੈਂ ਕਹਿੰਦਾ ਵੀ ਬਹੁਤ ਅੱਛੀ ਐਕਸਰਸਾਈਜ਼ ਹੈ, ਲੇਕਿਨ ਜੋ ਚੀਜ਼ weight ਟ੍ਰੇਨਿੰਗ ਹੈ ਨਾ ਜੀ, ਇਹ ਤੁਹਾਨੂੰ ਯੰਗ ਰੱਖਦੀ ਹੈ। weight ਟ੍ਰੇਨਿੰਗ ਨਾਲ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ, ਬੋਡੀ 'ਚ ਮਸਲ ਮਾਸ ਵੱਧਦਾ, ਤੁਸੀਂ ਉਹਨਾਂ ਵੱਧ ਫੂਡ ਕੰਜ਼ਿਊਮ ਕਰ ਸਕਦੇ ਹੋ। ਇਸ ਕਰਕੇ weight ਟ੍ਰੇਨਿੰਗ ਜ਼ਰੂਰ ਕਰੋ। weight ਟ੍ਰੇਨਿੰਗ ਤੋਂ ਮਤਲਬ ਇਹ ਨਹੀਂ ਹੈ ਕਿ ਆਪਾਂ ਬਹੁਤ ਹੈਵੀ ਲਿਫਟ ਕਰ ਸਕਦੇ ਹਾਂ, ਆਪਾਂ ਵਰਲਡ ਚੈਂਪੀਅਨ ਬਣ ਗਏ ਜੀ। ਜਿੰਨਾ ਤੁਹਾਡੀ ਬੋਡੀ ਅਲਾਉ ਕਰਦੀ ਹੈ, ਇਹ ਤੁਸੀਂ 8-10 ਰੈਪਸ ਲਾ ਲਓ। ਟੈਕਨੀਕ ਥੋੜੀ ਕਿਸੇ ਤੋਂ ਤੁਸੀਂ ਸਿੱਖ ਲਓ ਵੀ ਤੁਸੀਂ ਪ੍ਰੋਪਰ ਲਾਓ ਤਾਂ ਕਿ ਇੰਜਰੀ ਨਾ ਕਰ ਪਾਓ ਤੁਸੀਂ ਕੋਈ। ਤੇ weight ਟ੍ਰੇਨਿੰਗ ਜ਼ਰੂਰ ਕਰੋ। ਬੋਡੀ ਬਿਲਡਿੰਗ ਜਦੋਂ ਸ਼ੁਰੂ ਕੀਤੀ ਤੇ ਅੱਜ ਦੀ ਉਮਰ ਦੇ ਵਿੱਚ ਮਤਲਬ ਜਿੰਨਾ ਆਪਾਂ ਡਾਈਟ ਮੇਨਟੇਨ ਕੀਤੀ, ਸਭ ਕੁਝ ਕਿਹਾ, ਕੀ ਕੁਝ ਬੋਡੀ ਦੇ ਵਿੱਚ ਮਤਲਬ ਨੈਗੇਟਿਵ ਇਫੈਕਟ ਆਇਆ, ਜਾਂ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਯਾਰ ਜਿਹੜੇ ਅੱਜ ਦੇ ਯੰਗਸਟਰਸ ਹੈਗੇ ਬੋਡੀ ਬਿਲਡਿੰਗ ਕਰ, ਕਿ ਲੇਟਰ ਔਨ ਸਟੇਜ ਦੇ ਉੱਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੈਗੇਟਿਵ ਇਫੈਕਟ ਫੇਸ ਕਰਨਾ ਪੈ ਸਕਦਾ ਹੈ ਜਾਂ ਨਹੀਂ? ਦੇਖੋ ਜ਼ਰੂਰ ਪੈ ਸਕਦਾ, ਕਿਉਂਕਿ ਮੈਂ ਹੁਣ ਆਪਣਾ ਤੁਹਾਨੂੰ ਸਫ਼ਰ ਦੱਸਾਂ ਬੋਡੀ ਬਿਲਡਿੰਗ 'ਚ, ਮੈਂ ਨਹੀਂ ਕਹਿੰਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਨੌਲੇਜ ਸੀ, ਮੈਂ ਬਹੁਤ ਗਲਤੀਆਂ ਵੀ ਕੀਤੀਆਂ। 1-2 ਕੰਟੈਸਟ ਮੈਂ ਐਸੇ ਲੜੇ ਕਿ ਮੈਂ 7-7 ਦਿਨ ਪਾਣੀ ਨਹੀਂ ਪੀਤਾ, ਲੇਕਿਨ ਉਹ ਐਸੀ ਮੂਰਖਤਾ ਸੀਗੀ ਵੀ ਉਹਦੇ ਨਾਲ ਮੈਨੂੰ ਕੁਝ ਵੀ ਹੋ ਸਕਦਾ ਸੀ। ਔਰ ਫਿਰ ਇਹ ਦੇਖੋ ਤੁਸੀਂ ਕੰਪੀਟੀਸ਼ਨ ਤੋਂ ਬਾਅਦ ਪਹਿਲਾਂ ਤੁਸੀਂ ਨਮਕ ਵੀ ਛੱਡਿਆ ਹੋਇਆ, ਪਾਣੀ ਵੀ ਛੱਡਿਆ, ਉਹਨੂੰ ਹੋਰ ਡਰੇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇੱਕ ਵਾਰੀ ਮੈਨੂੰ ਯਾਦ ਹੈ ਕੈਲਕਟਾ ਕੰਪੀਟੀਸ਼ਨ ਸੀਗਾ, ਪਹਿਲਾਂ ਤਾਂ ਪਾਣੀ ਬੰਦ ਕੀਤਾ ਹੋਇਆ, ਉਸ ਤੋਂ ਬਾਅਦ ਤੁਸੀਂ ਉੱਥੇ 2-3 ਟਰੈਕ ਸੂਟ ਪਾ ਕੇ ਮੈਂ ਰਨਿੰਗ ਕਰ ਰਿਹਾ, ਧੁੱਪ 'ਚ ਟੈਨਿੰਗ ਕਰ ਰਿਹਾ ਕਿ ਮੈਂ ਹੋਰ ਸ਼ਾਰਪ ਹੋ ਜਾਵਾਂ। ਕੰਟੈਸਟ ਹੋ ਗਿਆ, ਕੰਟੈਸਟ ਮੈਂ ਜਿੱਤ ਗਿਆ। ਔਰ ਉਸ ਤੋਂ ਬਾਅਦ ਫਿਰ ਇੰਨੀ ਅਕਲ ਨਹੀਂ ਸੀ ਉਹਨਾਂ ਦਿਨਾਂ 'ਚ, ਕੋਈ ਗਾਈਡ ਕਰਨ ਵਾਲਾ ਨਹੀਂ ਸੀ। ਫਿਰ ਇੱਕਦਮ ਤੁਸੀਂ ਬਹੁਤ ਜੰਕ ਖਾ ਲੈਣਾ, ਇੱਕਦਮ ਤੁਹਾਡਾ BP ਸ਼ੂਟ ਕਰ ਜਾਵੇ, ਕੁਝ ਵੀ ਹੋ ਸਕਦਾ। ਤੇ ਇਹ ਨੌਲੇਜ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਹੈ। ਤੇ ਕੀ ਸਲਾਹ ਦੇਣਾ ਚਾਹੋਗੇ ਅੱਜ ਦੀ ਜਨਰੇਸ਼ਨ ਨੂੰ ਕਿ ਜਦੋਂ ਜਿਮ ਚੂਜ਼ ਕਰਨਾ, ਜਦੋਂ ਵਰਕਆਊਟ ਚੂਜ਼ ਕਰਨੇ ਆ, ਕੀ ਗੱਲਾਂ ਦਾ ਧਿਆਨ ਰੱਖਣ? ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਹੋਈ ਹੈ ਨਾ, ਜਦੋਂ ਆਪਾਂ ਜਿਮ ਦੇ ਵਿੱਚ ਜਾਂਦੇ ਆ, ਜਿਮ ਨੂੰ ਵੇਚਣ ਵਾਸਤੇ ਬਹੁਤ ਗਲਤ ਤਰ੍ਹਾਂ ਦੀ ਜਿਹੜੀ ਨੌਲੇਜ ਹੈ ਉਹ ਦਿੱਤੀ ਜਾਂਦੀ ਹੈ। ਕੀ ਚੀਜ਼ਾਂ ਇੱਕ ਯੰਗ ਜਨਰੇਸ਼ਨ ਨੂੰ ਧਿਆਨ ਰੱਖਣ ਦੀ ਲੋੜ ਹੈ ਆਪਣਾ ਵਰਕਆਊਟ ਚੂਜ਼ ਕਰਨ ਤੋਂ ਪਹਿਲਾਂ, ਆਪਣੀ ਜਿਮ ਨੂੰ ਚੂਜ਼ ਕਰਨ ਤੋਂ ਪਹਿਲਾਂ? ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਜੀ। ਦੇਖੋ ਇੱਕ ਬੰਦਾ ਨਾ, ਜਿਹੜਾ ਬੰਦਾ ਕੋਈ ਸਪਲੀਮੈਂਟ ਨਹੀਂ ਲੈਂਦਾ, ਕੋਈ ਸਟੀਰੋਇਡ ਨਹੀਂ, ਕੋਈ ਡਾਈਟ ਨਹੀਂ ਫੋਲੋ ਕਰਦਾ, ਸਿਰਫ ਆਪਣੇ ਘਰੇ ਪੁਸ਼ਅਪਸ ਜਾਂ ਡੰਡ ਬੈਠਕਾਂ ਜਾਂ ਰਨਿੰਗ ਕਰਦਾ ਰਹੇ ਨਾ, ਤੁਸੀਂ ਉਹਨੂੰ 10 ਬੰਦਿਆਂ 'ਚੋਂ 20 'ਚੋਂ ਅਲੱਗ ਪਛਾਣ ਜਾਓ। ਇਸ ਕਰਕੇ ਫਿਟਨੈਸ ਵਾਸਤੇ ਕੋਈ ਜ਼ਰੂਰੀ ਨਹੀਂ ਹੈ, ਤੁਸੀਂ ਸਿਰਫ ਆਪਣੀ ਸਟਰੈਂਥ ਕਰਨੀ, ਸਟਰੈਂਥ ਵਰਕ ਕਰੋ। ਹਾਂ, ਜੇ ਤੁਸੀਂ ਉਸ ਤੋਂ ਅੱਗੇ ਹੋਰ ਚਾਹੁੰਦੇ ਹੋ ਥੋੜਾ ਤੁਸੀਂ ਪ੍ਰੋਟੀਨ ਜਾਂ ਕੋਈ ਹੋਰ ਸਪਲੀਮੈਂਟ ਐਡ ਕਰ ਸਕਦੇ ਹੋ। ਬਹੁਤ ਜ਼ਿਆਦਾ ਇਹਦੇ ਪਿੱਛੇ ਨਾ ਜਾਓ, ਇਹਦਾ ਕੋਈ ਐਂਡ ਨਹੀਂ ਹੈ। ਫਿਰ ਕਈ ਵਾਰੀ ਬੰਦਾ ਐਸਾ ਗੁੰਮਰਾਹ ਹੁੰਦਾ, ਫਿਰ ਸਟੀਰੋਇਡਸ, ਈਵਨ ਤੁਸੀਂ ਦੇਖੋ ਇਨਸੂਲਿਨ ਯੂਜ਼ ਹੁੰਦੀ ਹੈ, ਥਾਇਰਾਇਡ ਹਾਰਮੋਨਸ, ਉਹ ਫਿਰ ਤੁਹਾਨੂੰ ਕਿਤੇ ਵੀ ਤੁਹਾਨੂੰ ਭੁਗਤਣਾ ਪੈ ਸਕਦਾ। ਤੇ ਜਿਮ ਜਦੋਂ ਆਪਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਦੇਖੋ ਵਰਲਡ ਚੈਂਪੀਅਨਸ਼ਿਪ ਤੋਂ ਬਾਅਦ ਮੈਂ ਬਿਮਾਰ ਹੋਇਆ, ਮੈਂ ਛੱਡ ਗਿਆ ਬੋਡੀ ਬਿਲਡਿੰਗ। ਅੱਜ ਮੈਨੂੰ ਨਾ ਕੋਈ BP, ਨਾ ਕੋਈ ਸ਼ੂਗਰ, ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਬਲੇਟ ਨਹੀਂ ਹੈ।
ਪਰ ਇਹ ਹੈ ਵੀ ਮੈਂ ਐਕਸਰਸਾਈਜ਼ ਹੁਣ ਵੀ ਉਨੀ ਪੈਸ਼ਨ ਨਾਲ, ਹੁਣ ਵੀ ਮੇਰੇ ਦਿਮਾਗ 'ਚ ਕਿਤੇ ਹੈ ਕਿ ਸ਼ਾਇਦ ਮੈਂ ਰੱਬ ਨੇ ਸੁੱਖ ਰੱਖੀ ਮੈਂ ਫੇਰ ਕਦੇ ਮਾਸਟਰ 'ਚ ਕੰਪੀਟ ਕਰਾਂ। ਪ੍ਰੋਪਰ ਨੌਲੇਜ ਬਹੁਤ ਇੰਪੋਰਟੈਂਟ ਹੈ। ਬਹੁਤ ਤੇ ਮੇਰਾ important ਇੱਕ ਜਾਣ ਕੇ ਜਿਮ ਜਦੋਂ ਮੈਂ ਜੁਆਇਨ ਕਰਨਾ ਹੈਗਾ, ਵੈਦਰ ਮੈਂ ਆ ਚੀਜ਼ ਦੇਖਣੀ ਜ਼ਰੂਰੀ ਹੈ ਕਿ ਯਾਰ ਬੜਾ ਹਾਈ ਮੇਨਟੇਨ ਜਿਮ ਹੈ ਜਾਂ ਇੱਕ ਨਾਰਮਲ ਜਿਮ ਵੀ ਨਹੀਂ, ਹੈਲਦੀ ਮਾਹੌਲ ਹੋਣਾ ਚਾਹੀਦਾ, ਹੈਲਦੀ ਮਾਹੌਲ ਹੋਣਾ ਚਾਹੀਦਾ ਹੈ, ਕਿਉਂਕਿ ਐਕਸਰਸਾਈਜ਼ ਕਰਨ ਵਾਸਤੇ ਉਹ ਜਿਹੜਾ ਮਾਹੌਲ ਫ੍ਰੈਂਡਲੀ ਮਾਹੌਲ ਹੋਣਾ ਚਾਹੀਦਾ। ਦੇਖੋ ਸਪੈਸ਼ਲੀ ਜਿਹੜਾ ਫਿਟਨੈਸ ਕਰ ਰਿਹਾ ਨਾ, ਉਹ ਤੁਸੀਂ ਇੱਕ ਦੋ ਪਾਰਟਨਰ ਆਪਣਾ ਐਸਾ ਚੂਜ਼ ਕਰੋ ਜਿਹਦੇ 'ਚ ਹਸੀ ਮਜ਼ਾਕ ਹੈ, ਕੋਈ ਬਰਡਨ ਨਹੀਂ ਹੈ ਜੀ। ਤੁਸੀਂ ਐਕਸਰਸਾਈਜ਼ ਵੀ ਉਨਾ ਕਰੋ ਜਿੰਨਾ ਜਿਹਦੇ 'ਚ ਤੁਸੀਂ ਇੰਜੋਏ ਕਰੋ, ਕੱਲ ਨੂੰ ਤੁਹਾਡਾ ਫਿਰ ਜਾਣ ਨੂੰ ਜੀ ਕਰੇ। ਐ ਨਾ ਹੋਵੇ ਵੀ ਤੁਸੀਂ ਯਾਰ ਬਹੁਤ ਟੌਰਚਰ ਕਰਤਾ ਮੁੜ ਕੇ ਵੜੋ ਹੀ ਨਾ ਜਿਮ। ਹਾਂ, ਤੇ ਮਤਲਬ ਉਹੀ ਗੱਲ ਆ ਜਾਂਦੀ ਹੈ ਕਿ ਜੇ ਅਸੀਂ ਜਿਮ ਜਾ ਰਹੇ ਹਾਂ ਜਾਂ ਆਪਾਂ ਕਿਸੇ ਵੀ ਤਰ੍ਹਾਂ ਦਾ ਵਰਕਆਊਟ ਜਾਂ ਕਸਰਤ ਕਰ ਰਹੇ ਹੈਗੇ, ਉਹ ਪੈਸ਼ਨ ਦੇ ਤੌਰ ਤੇ ਹੋਣੀ ਚਾਹੀਦੀ, ਉਹ ਕੋਈ ਕਿਸੇ ਤਰੀਕੇ ਦਾ ਬੋਝ ਨਹੀਂ ਹੋਣਾ ਚਾਹੀਦਾ ਹੈਗਾ। ਸੋ ਥੈਂਕ ਯੂ ਸੋ ਮਚ ਇੰਨੀ ਜਾਣਕਾਰੀ ਦੇਣ ਵਾਸਤੇ, ਇੰਨਾ ਨੌਲੇਜ ਮੇਰੇ ਦੋਸਤਾਂ ਤੇ ਮੇਰੇ ਦਰਸ਼ਕਾਂ ਨੂੰ ਦੇਣ ਵਾਸਤੇ। ਇੱਕ ਗੱਲ ਤਾਂ ਅਸੀਂ ਸਮਝ ਕੇ ਨਿਕਲੇ ਹਾਂ ਕਿ ਜ਼ਿੰਦਗੀ ਦੇ ਵਿੱਚ ਜੇ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ ਤਾਂ ਉਹਨੂੰ ਦਿਲੋਂ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਧੀ ਅਧੂਰੀ ਨੌਲੇਜ, ਅੱਧੀ ਅਧੂਰੀ ਜਾਣਕਾਰੀ ਦੇ ਨਾਲ ਜੇ ਆਪਾਂ ਉਸ ਚੀਜ਼ ਦੇ ਵਿੱਚ ਪਾਵਾਂਗੇ ਨਾ, ਉਹ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰੇਗੀ। ਤੇ ਕਸਰਤ ਤੇ ਜਿਮ ਨੂੰ ਲੈ ਕੇ ਵੀ ਇਹੀ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ। ਸੋ ਜਦੋਂ ਵੀ ਤੁਸੀਂ ਆਪਣਾ ਜਿਮ ਜੁਆਇਨ ਕਰੋ, ਕਿਸੇ ਵੀ ਤਰ੍ਹਾਂ ਦਾ ਵਰਕਆਊਟ ਜੁਆਇਨ ਕਰੋ, ਉਸਨੂੰ ਇੱਕ ਪ੍ਰੋਪਰ ਨੌਲੇਜ ਤੇ ਪ੍ਰੋਪਰ ਕੇਅਰ ਦੇ ਨਾਲ ਕਰੋ। ਸਵਸਥ ਰਹੋ, ਖੁਸ਼ ਰਹੋ।